परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਸੁਖਜੀਤ ਕੌਰ ਦੀ ਆ, ਜਿਨ੍ਹਾਂ ਨੂੰ 22 ਸਾਲਾਂ ਤੋਂ ਗਠੀਆ ਸੀ। ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸਨ। 10 ਮਹੀਨੇ ਹੋ ਗਏ ਸਨ, ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ। ਉਹਨਾਂ ਦੇ ਗੋਡੇ ਜੁੜ ਗਏ ਸੀ ਅਤੇ ਉਹ ਸਾਰਾ ਦਿਨ ਮੰਜੇ ਉੱਤੇ ਪਏ ਰਹਿੰਦੇ ਸਨ, ਕੋਈ ਕੰਮ ਵੀ ਨਹੀਂ ਸਨ ਕਰਦੇ ਅਤੇ ਉਹਨਾਂ ਸਾਰਾ ਦਿਨ ਰੋਂਦੇ ਹੀ ਰਹਿੰਦੇ ਸਨ। ਬਹੁਤ ਸਾਰੀ ਮੈਡੀਸਨ ਲਈ ਪਰ ਕੋਈ ਵੀ ਫਰਕ ਨਹੀਂ ਪਿਆ। ਨਾ ਸਿਸਟਰ ਉੱਠ ਬੈਠ ਸਕਦੇ ਸਨ, ਨਾ ਕੋਈ ਕੰਮ ਕਾਰ ਕਰ ਸਕਦੇ ਸਨ। ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰਾਰਥਨਾ ਕਰਵਾਈ। ਪ੍ਰੇਅਰ ਤੋਂ ਬਾਅਦ ਸਿਸਟਰ ਹੁਣ ਬਿਲਕੁਲ ਠੀਕ ਹਨ, ਘਰ ਦਾ ਕੰਮਕਾਰ ਵੀ ਕਰ ਰਹੇ ਹਨ ਅਤੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਬਲਵੀਰ ਕੌਰ ਦੀ ਆ, ਜਿਨ੍ਹਾਂ ਦਾ ਬੇਟਾ ਬਹੁਤ ਜ਼ਿਆਦਾ ਗੁੱਸਾ ਕਰਦਾ ਸੀ, ਬਹੁਤ ਜ਼ਿਆਦਾ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਉਹਨਾਂ ਨਾਲ ਗੱਲਬਾਤ ਵੀ ਸਹੀ ਤਰੀਕੇ ਨਾਲ ਨਹੀਂ ਸੀ ਕਰਦਾ। ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪਰਮੇਸ਼ਰ ਨੇ ਉਹਨਾਂ ਦੇ ਮਨ ਨੂੰ ਬਿਲਕੁਲ ਸ਼ਾਂਤ ਕਰ ਦਿੱਤਾ। ਹੁਣ ਉਹ ਕੋਈ ਲੜਾਈ ਝਗੜਾ ਨਹੀਂ ਕਰਦਾ ਅਤੇ ਸਾਰਿਆਂ ਦੇ ਨਾਲ ਬਹੁਤ ਪਿਆਰ ਦੇ ਨਾਲ ਗੱਲ ਕਰਦਾ ਆ। ਔਰ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਯਹੋਵਾ ਦੇ ਸੱਚੇ ਨਿਆਂ ਬਾਰੇ ਜਾਣਾਂਗੇ। ਅਸੀਂ ਸੋਚਦੇ ਹਾਂ ਕਿ ਅਸੀਂ ਧਰਤੀ 'ਤੇ ਦੁੱਖ ਤਾਂ ਭੋਗੀ ਜਾਂਦੇ ਹਾਂ, ਪਤਾ ਨਹੀਂ ਪਰਮੇਸ਼ਰ ਨੇ ਸਾਡੇ ਦੁੱਖ ਵੇਖੇ ਕਿ ਨਹੀਂ ਵੇਖੇ। ਪਰਮੇਸ਼ਰ ਕਹਿੰਦਾ ਧੰਨ ਉਹ ਹੋਣਗੇ ਜਿਹੜੇ ਧਰਤੀ 'ਤੇ ਸਤਾਏ ਜਾਣਗੇ, ਕਿਉਂਕਿ ਸਵਰਗ ਵਿੱਚ ਉਹਨਾਂ ਦਾ ਫਲ ਵੱਡਾ ਆ। ਹੁਣ ਅਸੀਂ ਸਤਾਏ ਵੀ ਜਾ ਰਹੇ ਹਾਂ, ਅਸੀਂ ਦੁਖੀ ਵੀ ਹੋ ਰਹੇ ਹਾਂ, ਅਸੀਂ ਪਰੇਸ਼ਾਨ ਵੀ ਹੋ ਰਹੇ ਹਾਂ, ਅਸੀਂ ਕਮੀਆਂ ਘਟੀਆਂ ਦੇ ਵਿੱਚ ਵੀ ਆ। ਕੀ ਪਤਾ ਪਰਮੇਸ਼ਰ ਸਾਡੇ ਨਾਲ ਸੱਚਾ ਨਿਆਂ ਕਰੇਗਾ ਕਿ ਨਹੀਂ ਕਰੇਗਾ। ਤਾਂ ਅਸੀਂ ਜਾਣਦੇ ਹਾਂ ਕਿ ਜੋ ਗੱਲ ਬਾਈਬਲ 'ਚ ਲਿਖੀ ਗਈ ਉਹ ਸਾਰੀਆਂ ਪੂਰੀਆਂ ਹੋਈਆਂ ਅਤੇ ਬਹੁਤ ਵੱਡੀ ਐਗਜ਼ਾਮਪਲ ਯਿਸੂ ਮਸੀਹ ਹੈ, ਜਿਨ੍ਹਾਂ ਦੇ ਬਾਰੇ ਵਾਰ-ਵਾਰ ਭਵਿੱਖਬਾਣੀਆਂ ਹੋਈਆਂ ਅਤੇ ਜੋ ਭਵਿੱਖਬਾਣੀ ਹੋਈ ਉਸ ਹਰ ਇੱਕ ਗੱਲ ਨੂੰ ਪੂਰਾ ਕੀਤਾ ਗਿਆ। ਉਹ ਕੋਈ ਵੀ ਗੱਲ ਉਹਨਾਂ ਵਿੱਚੋਂ ਇੱਕ ਵੀ ਛੱਡੀ ਨਹੀਂ ਗਈ, ਹਰ ਇੱਕ ਗੱਲ ਪੂਰੀ ਹੋਈ। ਤਾਂ ਜੋ ਅਸੀਂ ਪਵਿੱਤਰ ਗ੍ਰੰਥ 'ਤੇ ਵਿਸ਼ਵਾਸ ਕਰੀਏ ਕਿ ਇਹ ਗ੍ਰੰਥ ਪੂਰੇ ਤਰੀਕੇ ਦੇ ਨਾਲ ਵਿਸ਼ਵਾਸਯੋਗ ਆ ਅਤੇ ਜੋ ਲਿਖਿਆ ਜਾਂਦਾ ਉਹ ਸੱਚਾ ਆ। ਤਾਂ ਵਚਨ ਸਾਨੂੰ ਦੱਸਦਾ ਵੀ ਯਹੋਵਾ ਸੱਚਾ ਨਿਆਂਕਾਰ ਆ। ਤਾਂ ਕਿੱਦਾਂ ਹੋਏਗਾ ਨਿਆਂ ਅਤੇ ਕੀ ਹੋਏਗਾ ਉਹਨਾਂ ਦਾ ਜਿਹੜੇ ਦੁੱਖ ਚੱਲਦੇ ਸੀ, ਕੀ ਹੋਏਗਾ ਉਹਨਾਂ ਦਾ ਜਿਹੜੇ ਸਤਾਏ ਜਾਂਦੇ ਸੀ, ਔਰ ਕਿੱਦਾਂ ਨਿਆਂ ਹੋਵੇਗਾ। ਤਾਂ ਉਹ ਜਾਣਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਵਚਨ 'ਚੋਂ ਪੜ੍ਹਾਂਗੇ ਪ੍ਰਕਾਸ਼ ਦੀ ਪੋਥੀ 21 ਉਹਦੀ 4 ਔਰ 5 ਨੰਬਰ ਆਇਤ ਨੂੰ। ਅਤੇ ਉਹ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ। ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਇਹ ਗੱਲਾਂ ਕਿਉਂ ਲਿਖੀਆਂ ਗਈਆਂ, ਕਿਉਂ ਲਿਖਵਾਈਆਂ ਗਈਆਂ, ਕਿਉਂ ਦੱਸੀਆਂ ਗਈਆਂ, ਕਿਉਂ ਇਹ ਸਭ ਕੁਝ ਬੋਲਿਆ। ਕਹਿੰਦਾ ਲਿਖ ਇਹਨਾਂ ਨੂੰ ਕਿਉਂਕਿ ਇਹ ਵਚਨ ਸੱਚਾ ਤੇ ਵਿਸ਼ਵਾਸਯੋਗ ਆ। ਅਸੀਂ ਇਹਦੇ 'ਤੇ ਵਿਸ਼ਵਾਸ ਕਰ ਸਕਦੇ ਹਾਂ ਕਿਉਂਕਿ ਇਹ ਗੱਲਾਂ ਪੂਰੀਆਂ ਹੋਣਗੀਆਂ। ਕੀ ਹੋਏਗਾ? ਕਹਿੰਦਾ ਮੈਂ ਉਹਨਾਂ ਦੀਆਂ ਅੱਖਾਂ ਵਿੱਚੋਂ ਹਰੇਕ ਹੰਝੂ ਪੂੰਝ ਸੁੱਟਾਂਗਾ। ਹੁਣ ਅਸੀਂ ਜਦੋਂ ਪਰਮੇਸ਼ਰ ਦੇ ਸਾਹਮਣੇ ਹੋਵਾਂਗੇ ਅਸੀਂ ਉਦੋਂ ਤਾਂ ਰੋਵਾਂਗੇ ਨਹੀਂ। ਅਤੇ ਸਾਡੀ ਕਿਹੜੇ ਹੰਝੂਆਂ ਦੀ ਗੱਲ ਕਰ ਰਿਹਾ ਪਰਮੇਸ਼ਰ? ਜਿਹੜੇ ਅਸੀਂ ਧਰਤੀ 'ਤੇ ਵਹਾਏ ਆ। ਅਤੇ ਅਸੀਂ ਕਹਾਂਗੇ ਵੀ ਉਹ ਹੰਝੂ ਤਾਂ ਇੱਥੇ ਹੀ ਸੁੱਕ ਗਏ, ਫਿਰ ਉਹ ਹੰਝੂ ਕਿਵੇਂ ਪੂੰਝੇਗਾ ਪਰਮੇਸ਼ਰ? ਤਾਂ ਸਾਡੇ ਅੱਖ ਦੇ ਹੰਝੂ ਸਭ ਨੂੰ ਦੇਖਦੇ ਆ ਵੀ ਹੈ ਕਿ ਨਹੀਂ ਹੈ, ਪਰ ਜਿਹੜਾ ਰੋਂਦਾ ਨਹੀਂ ਇਹਦਾ ਮਤਲਬ ਇਹ ਨਹੀਂ ਨਾ ਵੀ ਉਹਨੂੰ ਦੁੱਖ ਨਹੀਂ ਹੈਗਾ। ਔਰਤਾਂ ਤਾਂ ਹੰਝੂ ਦਿਖਾ ਕੇ ਸੱਚੀਆਂ ਹੋ ਜਾਂਦੀਆਂ ਵੀ ਹਾਂ ਸਾਨੂੰ ਦੁੱਖ ਆ,
ਪਰ ਮਰਦ ਬਹੁਤ ਘੱਟ ਰੋਂਦੇ ਆ। ਇਹਦਾ ਮਤਲਬ ਇਹ ਨਹੀਂ ਹੈ ਨਾ ਵੀ ਉਹਨਾਂ ਨੂੰ ਦੁੱਖ ਨਹੀਂ ਹੈਗਾ। ਤਾਂ ਅਸਲੀ ਦੁੱਖ ਕਿਹੜਾ ਆ? ਦਿਲ ਦਾ ਦੁੱਖ ਆ। ਉਹ ਅਸਲੀ ਦੁੱਖ ਉਹ ਖਾਂਦਾ ਜਿਹਨੂੰ ਅਸੀਂ ਸ਼ੋਅ ਵੀ ਨਹੀਂ ਕਰ ਸਕਦੇ। ਮਰਦਾਂ ਨੂੰ ਸ਼ੁਰੂ ਤੋਂ ਸਟਰੋਂਗ ਕਿਹਾ ਜਾਂਦਾ, ਤੁਸੀਂ ਸਟਰੋਂਗ ਆ, ਤੁਸੀਂ ਰੋਣਾ ਨਹੀਂ, ਕੀ ਤੁਸੀਂ ਬੁੜੀਆਂ ਵਾਂਗੂ ਰੋਣ ਲੱਗ ਗਏ, ਆਹ ਗੱਲਾਂ ਕਹੀਆਂ ਜਾਂਦੀਆਂ। ਪਰ ਹੈ ਤਾਂ ਉਹ ਵੀ ਇਨਸਾਨ ਹੈ, ਉਹਨੂੰ ਵੀ ਦੁੱਖ ਹੁੰਦਾ। ਤਾਂ ਇੱਥੇ ਪਰਮੇਸ਼ਰ ਉਹ ਅੱਖਾਂ ਦੇ ਹੰਝੂਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸੱਚੀ-ਮੁੱਚੀ ਅਸੀਂ ਵਹਾਵਾਂਗੇ, ਉਹ ਹੰਝੂਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਅਸੀਂ ਧਰਤੀ 'ਤੇ ਵਹਾ ਦਿੱਤੇ ਆ, ਪਰ ਉਸ ਦੁੱਖ ਦੀ ਗੱਲ ਕਰ ਰਿਹਾ ਜਿਸ ਦੁੱਖ ਕਰਕੇ ਅਸੀਂ ਹੰਝੂ ਵਹਾਏ, ਅਤੇ ਜਿਹੜੇ ਦੁੱਖ ਸਾਡੇ ਦਿਲਾਂ ਦੇ ਅੰਦਰ ਵੜੇ ਪਏ ਆ, ਸਾਡੇ ਆਪਣਿਆਂ ਦੇ ਦੁੱਖ, ਸਾਡੇ ਆਪਣਿਆਂ ਦੇ ਮਰਨ ਦੇ ਸੋਗ, ਸਾਡੀਆਂ ਆਪਣੀਆਂ ਚੀਜ਼ਾਂ ਨੂੰ ਸਾਥੋਂ ਖੋਏ ਜਾਣ ਦਾ ਦੁੱਖ, ਸਾਡੇ ਆਪਣੇ ਲੋਕਾਂ ਦਾ ਸਾਡੇ ਵੈਰੀ ਹੋਣ ਦਾ ਦੁੱਖ, ਆਪਣੇ ਧੀਆਂ ਪੁੱਤਰਾਂ ਦਾ ਸਾਡੇ ਵਿਰੁੱਧ ਹੋਣ ਦਾ ਦੁੱਖ, ਹਰ ਉਹ ਦੁੱਖ ਜਿਹੜਾ ਸਾਡੀ ਅੱਖ ਵਿੱਚ ਹੰਝੂ ਲੈ ਕੇ ਆਇਆ ਸੀ, ਪਰਮੇਸ਼ਰ ਕਹਿੰਦਾ ਮੈਂ ਉਹਨੂੰ ਤੇਰੀ ਅੱਖ ਤੋਂ ਪੂੰਝ ਸੁੱਟਾਂਗਾ। ਕਹਿੰਦਾ ਭਾਵੇਂ ਤੇਰੇ ਦਿਲਾਂ ਦੇ ਵਿੱਚੋਂ, ਤੇਰੇ ਹਿਰਦਿਆਂ ਦੇ ਵਿੱਚੋਂ ਉਸ ਦੁੱਖ ਨੂੰ ਮੈਂ ਮਿਟਾ ਦਿਆਂਗਾ। ਕਹਿੰਦੇ ਆ ਨਾ ਵੀ ਜਦੋਂ ਕੋਈ ਥੋੜ੍ਹਾ ਜਿਹਾ ਅਮੀਰ ਹੋ ਜਾਂਦਾ, ਕਹਿੰਦੇ ਵੀ ਇਹ ਤਾਂ ਆਪਦੇ ਪੁਰਾਣੇ ਦੁੱਖ ਭੁੱਲ ਗਿਆ, ਇਹ ਆਪਦਾ ਵੇਲਾ ਭੁੱਲ ਗਿਆ। ਉਸੇ ਤਰ੍ਹਾਂ ਪਰਮੇਸ਼ਰ ਉਹ ਦੁੱਖ ਵਾਲਾ ਵੇਲਾ ਸਾਥੋਂ ਭੁਲਾ ਦੇਗਾ। ਸਾਡੀਆਂ ਅੱਖਾਂ ਦੇ ਹੰਝੂ ਸੀ ਜਿਹੜੇ ਉਹ ਪਰਮੇਸ਼ਰ ਨੇ ਵੇਖੇ ਆ, ਅਤੇ ਉਹਨਾਂ ਸਾਰਿਆਂ ਤੋਂ ਸਾਨੂੰ ਆਜ਼ਾਦ ਕਰੇਗਾ। ਔਰ ਉਹ ਸਾਨੂੰ ਹਿੰਮਤ ਦੇਵੇਗਾ ਕਿ ਬੇਸ਼ੱਕ ਤੁਸੀਂ ਦੁੱਖਾਂ ਦੇ ਵਿੱਚ ਮਰ ਗਏ, ਬੇਸ਼ੱਕ ਤੁਸੀਂ ਆਪਣੇ ਦਿਲਾਂ ਦੇ ਵਿੱਚ ਬੜੇ ਵੱਡੇ ਵੱਡੇ ਸੱਟ ਅਤੇ ਵੱਡੀਆਂ ਵੱਡੀਆਂ ਡੂੰਘੀਆਂ ਡੂੰਘੀਆਂ ਗੱਲਾਂ ਨੂੰ ਲੈ ਕੇ ਮਰੇ ਆ, ਬੇਸ਼ੱਕ ਤੁਹਾਡੇ ਦਿਲਾਂ 'ਚ ਬਹੁਤ ਸੋਗ ਸੀ ਅਤੇ ਤੁਹਾਡੀਆਂ ਅੱਖਾਂ ਰੋਂਦੀਆਂ ਹੀ ਰਹੀਆਂ ਧਰਤੀ 'ਤੇ, ਪਰ ਹੁਣ ਮੈਂ ਤੁਹਾਨੂੰ ਉਸ ਸਾਰੇ ਦੁੱਖਾਂ ਤੋਂ ਆਜ਼ਾਦ ਕਰਦਾ ਹਾਂ, ਅਤੇ ਹੁਣ ਤੁਸੀਂ ਦੁਬਾਰਾ ਨਹੀਂ ਮਰੋਗੇ। ਹਾਲੇਲੂਇਆ। ਇਹ ਨਿਆਂ ਹੋਏਗਾ ਉਹਨਾਂ ਦਾ। ਇਹ ਸਾਰੀਆਂ ਗੱਲਾਂ ਪਰਮੇਸ਼ਰ ਉਹਨਾਂ ਨਾਲ ਕਰੇਗਾ ਜਿਹੜੇ ਪਰਮੇਸ਼ਰ ਦੇ ਕਰਕੇ ਦੁੱਖ ਝੱਲਦੇ ਮਰਨਗੇ। ਆਹ ਨਹੀਂ ਕਿ ਉਹਨਾਂ ਦਾ ਮੁੰਡਾ ਚਿੱਟਾ ਲਾਉਂਦਾ ਮਰ ਗਿਆ ਅਤੇ ਮਾਂ ਰੋਂਦੀ ਰਹੀ ਅਤੇ ਪਰਮੇਸ਼ਰ ਉਹਨੂੰ ਹਿੰਮਤ ਦੇਵੇਗਾ। ਚਲੋ ਪਰਮੇਸ਼ਰ ਮਾਂ ਨੂੰ ਤਾਂ ਹਿੰਮਤ ਦੇਵੇਗਾ, ਪਰ ਬੱਚਾ ਤਾਂ ਗਲਤ ਹਰਕਤ ਕਰਕੇ ਮਰਿਆ ਨਾ, ਉਹਦੇ 'ਚ ਪਰਮੇਸ਼ਰ ਦੀ ਤਾਂ ਕੋਈ ਗਲਤੀ ਨਹੀਂ ਸੀ। ਜਾਂ ਫਿਰ ਇੱਕ ਔਰਤ ਆ ਜਾਂ ਉਹਦਾ ਹਸਬੈਂਡ ਉਹਨੂੰ ਬਹੁਤ ਮਾਰਦਾ ਪਰਮੇਸ਼ਰ ਦੇ ਨਾਮ ਕਰਕੇ, ਉਹਦੇ ਲੋਕ ਉਹਦੇ ਨਾਲ ਵੈਰ ਵਿਰੋਧ ਰੱਖਦੇ ਪਰਮੇਸ਼ਰ ਦੇ ਨਾਮ ਕਰਕੇ, ਉਹਦੇ ਮਾਂ ਪਿਓ ਨੇ ਉਹਨੂੰ ਛੱਡ ਦਿੱਤਾ ਪਰਮੇਸ਼ਰ ਦੇ ਨਾਮ ਕਰਕੇ, ਉਹਨਾਂ ਭੈਣਾਂ ਨੂੰ ਪਰਮੇਸ਼ਰ ਕਹੇਗਾ ਕਿ ਅੱਜ ਤੁਸੀਂ ਆਓ, ਮੈਂ ਤੁਹਾਡੇ ਨਾਲ ਆ। ਜਿਹੜੇ ਭਰਾ ਆਪਣੇ ਘਰ ਦੇ ਵਿੱਚ ਇਕੱਲੇ ਪਰਮੇਸ਼ਰ 'ਚ ਆ, ਜਿਨ੍ਹਾਂ ਦਾ ਪਰਿਵਾਰ ਉਹਨਾਂ ਦਾ ਪਿੱਛਾ ਨਹੀਂ ਕਰਦਾ, ਜਿਨ੍ਹਾਂ ਦੇ ਬੱਚੇ ਉਹਨਾਂ ਦਾ ਪਿੱਛਾ ਨਹੀਂ ਕਰਦੇ, ਪਰਮੇਸ਼ਰ ਦੇ ਨਾਮ ਕਰਕੇ ਲੋਕ ਉਹਨਾਂ ਨਾਲ ਵੈਰ ਰੱਖਦੇ ਆ, ਉਸ ਭਰਾ ਨੂੰ ਪਰਮੇਸ਼ਰ ਕਹੇਗਾ ਕਿ ਹੁਣ ਮੈਂ ਤੈਨੂੰ ਇਹ ਸਾਰੇ ਦੁੱਖਾਂ ਤੋਂ ਆਜ਼ਾਦ ਕਰਦਾ, ਹੁਣ ਗਾਂ ਤੋਂ ਮੌਤ ਨਹੀਂ ਹੋਏਗੀ, ਨਾ ਰੋਣਾ ਅਤੇ ਨਾ ਹੀ ਸੋਗ ਅਤੇ ਨਾ ਹੀ ਦੁੱਖ ਹੋਵੇਗਾ। ਹਾਲੇਲੂਇਆ। ਕਹਿੰਦਾ ਬਹੁਤ ਰੋ ਲਿਆ ਤੁਸੀਂ ਧਰਤੀ 'ਤੇ। ਸਾਨੂੰ ਇਹ ਲੱਗਦਾ ਵੀ ਸਾਡਾ ਦੁੱਖ, ਸੋਗ, ਸਾਡੀਆਂ ਪਰੇਸ਼ਾਨੀਆਂ, ਸਾਡੇ ਹੰਝੂ ਪਰਮੇਸ਼ਰ ਵੇਖਦਾ ਹੀ ਨਹੀਂ। ਉਹ ਸਭ ਕੁਝ ਵੇਖਦਾ ਆ। ਉਹਨੇ ਵੇਖਿਆ ਆ ਤੁਹਾਡਾ ਹਰ ਇੱਕ ਹੰਝੂ, ਹਰ ਇੱਕ ਦੁੱਖ, ਹਰ ਇੱਕ ਆਹ ਜਿਹੜੀ ਤੁਹਾਡੇ ਮੂੰਹ 'ਚੋਂ ਨਿਕਲੀ, ਔਰ ਹਰ ਇੱਕ ਸਿਸਕੀ ਜਿਹੜੀ ਤੁਸੀਂ ਛੁਪ ਕੇ ਸਰਾਣਿਆਂ 'ਚ ਮੂੰਹ ਲੁਕੋ ਕੇ ਲਈ ਆ, ਜਿਹੜੀ ਤੁਸੀਂ ਸੰਸਾਰ ਤੋਂ ਛੁਪਾ ਕੇ ਪਰਮੇਸ਼ਰ ਦੇ ਅੱਗੇ ਹੰਝੂ ਸਿੱਟੇ ਆ ਨਾ, ਉਹ ਸਾਰੇ ਹੰਝੂਆਂ ਨੂੰ ਪ੍ਰਭੂ ਨੇ ਆਪਣੀ ਕੁੱਪੀ ਦੇ ਵਿੱਚ ਭਰਿਆ ਆ, ਅਤੇ ਉਹ ਸਾਰੇ ਯਾਦ ਨੇ ਉਸ ਪਰਮੇਸ਼ਰ ਨੂੰ, ਅਤੇ ਉਹ ਤੁਹਾਨੂੰ ਉਸ ਹਰ ਇੱਕ ਦੁੱਖ ਤੋਂ ਆਜ਼ਾਦ ਕਰੇਗਾ ਜਿਹੜਾ ਦੁੱਖ ਤੁਸੀਂ ਪਰਮੇਸ਼ਰ ਦੇ ਨਾਮ 'ਤੇ ਚੱਲਿਆ, ਜਿਹੜੀ ਤੰਗੀ, ਜਿਹੜੀਆਂ ਚਿੰਤਾਵਾਂ ਵਿੱਚੋਂ ਤੁਸੀਂ ਲੰਘੇ ਪਰਮੇਸ਼ਰ ਦੇ ਨਾਮ ਕਰਕੇ। ਪਰਮੇਸ਼ਰ ਕਹਿੰਦਾ ਵੇਖੋ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਪਹਿਲੀਆਂ ਗੱਲਾਂ ਕੀ ਸੀ ਕਿ ਲੋਕ ਆਉਂਦੇ ਸੀ ਤੁਹਾਨੂੰ ਤਾਨੇ ਮਾਰ ਕੇ ਚਲੇ ਜਾਂਦੇ ਸੀ, ਲੋਕ ਆਉਂਦੇ ਸੀ ਤੁਹਾਡੇ ਕੋਲੇ ਤੁਹਾਡੇ ਮਤਲਬ ਲਈ, ਆਪਣੇ ਮਤਲਬ ਲਈ ਆਉਂਦੇ ਸੀ, ਤੁਹਾਨੂੰ ਛੱਡ ਜਾਂਦੇ ਸੀ ਬਾਅਦ ਵਿੱਚ। ਲੋਕ ਆਉਂਦੇ ਸੀ ਤੁਹਾਡੇ ਕੋਲੇ ਤੁਹਾਨੂੰ ਸੁਣਾਉਣ ਦੇ ਲਈ, ਲੋਕ ਆਉਂਦੇ ਸੀ ਤੁਹਾਨੂੰ ਨੀਵਾਂ ਦਿਖਾਉਣ ਦੇ ਲਈ, ਪਰ ਹੁਣ ਤੁਹਾਡੇ ਕੋਲੇ ਉਹ ਕੋਈ ਨਹੀਂ ਪਹੁੰਚ ਪਾਏਗਾ ਕਿਉਂਕਿ ਤੁਹਾਡੀ ਸਿਕਿਉਰਿਟੀ ਮੈਂ ਕਰਾਂਗਾ। ਉਹ ਪਹਿਲੀਆਂ ਗੱਲਾਂ ਗਈਆਂ ਵੀ ਉਹੀ ਆਉਂਦਾ ਸੀ ਤੁਹਾਨੂੰ ਸੁਣਾ ਕੇ ਚਲਾ ਜਾਂਦਾ ਸੀ, ਹੁਣ ਉਸ ਜਗ੍ਹਾ ਸਿੱਟੇ ਜਾਣਗੇ ਜਿੱਥੇ ਰੋਣਾ ਤੇ ਕਚੀਚੀਆਂ ਵੱਟਣਾ ਆ, ਜਿੱਥੇ ਉਹਨਾਂ ਦੇ ਵਰਗੇ ਹੀ ਬੁਰੇ ਲੋਕ ਹੋਣਗੇ, ਜਿੱਥੇ ਨਹਿਲੇ ਤੇ ਦਹਿਲਾ ਪਏਗਾ, ਜਿਵੇਂ ਸ਼ੇਰ ਨੂੰ ਸਵਾ ਸਿਰ ਟੱਕਰੇਗਾ, ਜਿੱਥੇ ਸਾਰੇ ਪਾਪੀ ਹੋਣਗੇ, ਇੱਕ ਤੋਂ ਵੱਧ ਕੇ ਇੱਕ ਹੋਏਗਾ, ਉਹ ਆਪਸ 'ਚ ਹੀ ਲੜ ਖਪਣਗੇ, ਪਰ ਤੁਹਾਨੂੰ ਧਰਮੀਆਂ ਨੂੰ ਮੇਰੇ ਕਰਕੇ, ਰੋਣ ਵਾਲਿਆਂ ਨੂੰ ਮੇਰੇ ਕਰਕੇ, ਦੁੱਖ ਝੱਲਣ ਵਾਲਿਆਂ ਨੂੰ ਮੈਂ ਆਪਣੇ ਆਰਾਮ ਦੇ ਵਿੱਚ, ਆਪਣੀ ਸ਼ਾਂਤੀ ਦੇ ਵਿੱਚ, ਆਪਣੇ ਸਵਰਗ ਦੇ ਵਿੱਚ, ਉਸ ਪਵਿੱਤਰ ਜਗ੍ਹਾ ਦੇ ਵਿੱਚ ਰੱਖਾਂਗਾ ਜਿੱਥੇ ਨਾ ਰੋਣਾ ਹੋਵੇਗਾ, ਨਾ ਦੁੱਖ ਹੋਵੇਗਾ, ਨਾ ਸੋਗ ਹੋਵੇਗਾ। ਤਾਂ ਕਹਿੰਦਾ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਆ, ਉਹਨੇ ਕਿਹਾ ਕਿ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ। ਔਰ ਸਿੰਘਾਸਨ 'ਤੇ ਵਿਰਾਜਮਾਨ ਕੌਣ ਹੈ? ਅਸੀਂ ਜਾਣਦੇ ਹਾਂ, ਸਾਡਾ ਪਿਤਾ ਪਰਮੇਸ਼ਰ ਸੋ ਸਿੰਘਾਸਨ 'ਤੇ ਵਿਰਾਜਮਾਨ ਆ। ਉਹ ਸਾਡਾ ਨਿਆਂ ਕਰੇਗਾ, ਸਾਨੂੰ ਆਪਣੇ ਨਾਲ ਬਿਠਾਵੇਗਾ, ਸਾਨੂੰ ਰਾਜ ਦੇ ਲਈ ਤਿਆਰ ਕਰੇਗਾ, ਸਾਨੂੰ ਸੰਭਾਲੇਗਾ, ਸਾਨੂੰ ਰੋਗਾਂ ਤੋਂ, ਦੁੱਖਾਂ ਤੋਂ ਆਜ਼ਾਦ ਕਰੇਗਾ। ਔਰ ਇਹ ਸਾਰੀਆਂ ਗੱਲਾਂ ਕਹਿਣ ਨੂੰ ਨਹੀਂ ਆ ਵੀ ਆਉਂਦਾ ਆ ਕੋਈ ਵੀ ਸਾਨੂੰ ਹਿੰਮਤ ਤਸੱਲੀ ਦੇਣ ਲਈ ਗੱਲਾਂ ਕਰਕੇ ਚਲਾ ਜਾਂਦਾ, ਪਰ ਇਹ ਗੱਲਾਂ ਕਿਸੇ ਇਨਸਾਨ ਦੀਆਂ ਕਹੀਆਂ ਹੋਈਆਂ ਨਹੀਂ ਆ, ਇਹ ਗੱਲਾਂ ਪਵਿੱਤਰ ਆਤਮਾ ਦੀ ਸਾਮਰਥ ਦੇ ਦੁਆਰਾ ਲਿਖਵਾਈਆਂ ਗਈਆਂ, ਔਰ ਇਹ ਸਾਰੀਆਂ ਗੱਲਾਂ ਵਿਸ਼ਵਾਸਯੋਗ ਅਤੇ ਸੱਚ ਆ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ, ਪ੍ਰਕਾਸ਼ ਦੀ ਪੋਥੀ 21 ਉਹਦੀ 6 ਔਰ 7 ਨੰਬਰ ਆਇਤ ਨੂੰ।
ਅਤੇ ਉਸਨੇ ਮੈਨੂੰ ਆਖਿਆ, ਹੋ ਗਿਆ ਹੈ, ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਧਿਆਇਆ ਹੈ, ਮੈਂ ਉਸ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ, ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸ ਰਿਹਾ? ਕਹਿੰਦਾ ਮੇਰੇ ਕੋਲ ਇੱਕ ਮੁਫਤ ਜਲ ਆ। ਸਾਨੂੰ ਇਹ ਲੱਗਦਾ ਵੀ ਸਾਨੂੰ ਸਦਾ ਦਾ ਜੀਵਨ ਲੈਣ ਦੇ ਲਈ ਕੀਮਤ ਦੇਣੀ ਪਵੇਗੀ। ਉਹ ਕੋਈ ਕੀਮਤ ਨਹੀਂ ਆ। ਸਾਨੂੰ ਸਦਾ ਦਾ ਜੀਵਨ ਪਰਮੇਸ਼ਰ ਮੁਫਤ ਵਿੱਚ ਦੇਵੇਗਾ। ਕਹਿੰਦਾ ਮੇਰੇ ਕੋਲੇ ਇੱਕ ਅੰਮ੍ਰਿਤ ਜਲ ਆ। ਅੰਮ੍ਰਿਤ ਅਸੀਂ ਕੀ ਜਾਂਦੇ ਆ? ਅੰਮ੍ਰਿਤ ਮਤਲਬ ਮਰਨ ਤੋਂ ਰਹਿਤ। ਕਹਿੰਦਾ ਮੇਰੇ ਕੋਲੇ ਉਹ ਜਲ ਆ ਜਿਹਨੂੰ ਕੋਈ ਪੀ ਲੇਗਾ ਉਹ ਕਦੇ ਮ੍ਰਿਤ ਨਹੀਂ ਹੋਏਗਾ, ਕਦੇ ਮਰੇਗਾ ਨਹੀਂ, ਉਹ ਅਮਰ ਹੋ ਜਾਏਗਾ। ਅਮਰ ਮਤਲਬ ਕਦੇ ਨਾ ਮਰਨ ਵਾਲਾ ਹੋ ਜਾਏਗਾ ਅਤੇ ਇਹ ਜਲ ਮੈਂ ਉਹਨੂੰ ਮੁਫਤ ਦੇਵਾਂਗਾ ਅਤੇ ਇਹ ਜਲ ਉਹਨੂੰ ਮਿਲੇਗਾ ਜਿਹੜਾ ਜਿੱਤਣ ਵਾਲਾ ਹੋਏਗਾ। ਅਤੇ ਜਿੱਤਣ ਵਾਲਾ ਉਹ ਹੋਏਗਾ ਜਿਹਨੇ ਪਰਮੇਸ਼ਰ ਦੇ ਨਾਂ ਕਰਕੇ ਦੁੱਖ ਝੱਲੇ ਹੋਣਗੇ। ਹੁਣ ਅਸੀਂ ਕਹਾਂਗੇ ਦੁੱਖ ਤਾਂ ਅਸੀਂ ਵੀ ਬਹੁਤ ਚੱਲੀ ਜਾਂਦੇ ਹਾਂ, ਇਹਦਾ ਮਤਲਬ ਸਾਨੂੰ ਉਹ ਅੰਮ੍ਰਿਤ ਜਲ ਦੇ ਸੋਤੇ 'ਚੋਂ ਮਿਲੇਗਾ। ਇਹ ਸਭ ਦਾ ਸਭ ਡਿਪੈਂਡ ਕਰਦਾ ਸਾਡੇ ਸ਼ਬਦਾਂ ਦੇ ਉੱਤੇ ਕਿ ਅਸੀਂ ਇਸ ਦੁੱਖ ਝੱਲਣ ਨੂੰ ਇਹ ਕਹਿ ਰਹੇ ਹਾਂ ਵੀ ਪਰਮੇਸ਼ਰ ਜਿੱਥੇ ਤੂੰ ਰੱਖੇ ਅਸੀਂ ਰਾਜੀ ਹਾਂ, ਅਸੀਂ ਖੁਸ਼ ਹਾਂ। ਔਰ ਇਹੀ ਸ਼ਬਦ ਹਰ ਵੇਲੇ ਤੁਹਾਡੇ ਮੂੰਹ 'ਚੋਂ ਨਿਕਲਣ। ਜਦੋਂ ਕੋਈ ਤੁਹਾਡਾ ਗੁਆਂਢੀ ਆ ਕੇ ਪੁੱਛੇ ਕੀ ਖੱਟਿਆ ਤੁਸੀਂ ਮਸੀਹ 'ਚ ਆ ਕੇ, ਤਾਂ ਤੁਸੀਂ ਕਹੋ ਵੀ ਅਸੀਂ ਪਰਮੇਸ਼ਰ ਦੀ ਰਜ਼ਾ 'ਚ ਰਾਜੀ ਹਾਂ, ਅਸੀਂ ਖੁਸ਼ ਹਾਂ। ਜਦੋਂ ਕੋਈ ਤੁਹਾਡੇ ਆਪਣੇ ਹੀ ਬੱਚੇ ਕਹਿਣ ਵੀ ਤੁਸੀਂ ਆਪਣੇ ਦੇਵੀ ਦੇਵਤਾ ਨੂੰ ਛੱਡ ਕੇ ਕਿੱਧਰ ਲੱਗ ਗਏ, ਸਾਡਾ ਕੁਝ ਬਣ ਨਹੀਂ ਰਿਹਾ, ਤਾਂ ਉਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਕਿ ਨਹੀਂ, ਪਰਮੇਸ਼ਰ ਦੀ ਮਰਜ਼ੀ 'ਚ ਅਸੀਂ ਖੁਸ਼ ਹਾਂ, ਪਰਮੇਸ਼ਰ ਜੋ ਕਰ ਰਿਹਾ ਸਹੀ ਕਰ ਰਿਹਾ। ਤਾਂ ਜਿਹੜੇ ਹਰ ਗੱਲ ਦੇ ਵਿੱਚ ਇਹ ਨਹੀਂ ਵੀ ਇੱਕ ਵਾਰੀ, ਦੋ ਵਾਰੀ, 1 ਮਹੀਨਾ, 2 ਮਹੀਨੇ, 2 ਸਾਲ, 4 ਸਾਲ ਕਹਿ ਲਿਆ ਅਤੇ ਮਰਨ ਤੋਂ ਆਉਣ ਵਾਲੇ ਆਖਰੀ 5 ਸਾਲਾਂ ਵਿੱਚ, 2 ਸਾਲਾਂ ਵਿੱਚ, ਈਵਨ ਕਿ 2 ਦਿਨਾਂ ਦੇ ਵਿੱਚ ਹੀ ਤੁਸੀਂ ਇਹ ਗੱਲ ਕਹਿਤੀ ਵੀ ਕੁਛ ਨਹੀਂ ਦਿੱਤਾ ਰੱਬ ਨੇ ਤਾਂ ਦੁੱਖ ਹੀ ਦਿੱਤੇ ਆ। ਸਾਰੀ ਜ਼ਿੰਦਗੀ ਦੁੱਖ ਭੋਗਿਆ, ਹੁਣ ਮਰਨ ਕੰਢੇ ਪਿਆ ਆ, ਹੁਣ ਵੀ ਰੱਬ ਦੁੱਖ ਹੀ ਦੇਈ ਜਾਂਦਾ। ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਚੰਗਾ ਰੱਬ ਜ਼ਿੰਦਗੀ ਨਾ ਦਿੰਦਾ, ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ। ਰੱਬ ਨੇ ਕੀ ਦਿੱਤਾ? ਸਾਰੀ ਉਮਰ ਵਫਾਦਾਰੀ ਨਾਲ ਕੱਟ ਲਈ ਆ, ਅੰਤ ਵੀ ਮੇਰਾ ਇੰਨਾ ਮਾੜਾ ਆ, ਅਤੇ ਕੀ ਫਾਇਦਾ ਮੈਨੂੰ ਉਸ ਪਰਮੇਸ਼ਰ ਨੂੰ ਮੰਨਣ ਦਾ? ਤਾਂ ਸਾਰਾ ਸਾਲ ਭਾਵੇਂ ਸਾਰੀ ਜ਼ਿੰਦਗੀ ਭਾਵੇਂ ਅਸੀਂ ਵਫਾਦਾਰ ਰਹੇ, ਪਰ ਆਖਰੀ ਕੁਛ ਪਲਾਂ ਦੇ ਵਿੱਚ ਅਸੀਂ ਉਸ ਫਲ ਨੂੰ ਗਵਾ ਲਿਆ, ਅਸੀਂ ਉਸ ਜੀਵਨ ਦੇ ਜਲ ਨੂੰ ਪੀਣ ਦਾ ਹੱਕ ਗਵਾ ਲਿਆ। ਸਾਰਾ ਦਾ ਸਾਰਾ ਡਿਪੈਂਡ ਕਰਦਾ ਸਾਡੇ ਸ਼ਬਦਾਂ 'ਤੇ। ਜੇ ਅੱਜ ਵੀ ਅਸੀਂ ਦੁੱਖ ਝੱਲ ਰਹੇ ਅਤੇ ਅੱਜੇ ਹੀ ਸਾਡੇ ਸ਼ਬਦ ਇਹ ਆ, ਅਸੀਂ ਕਹੀਏ ਵੀ ਸਾਨੂੰ ਰੱਬ ਨੇ ਕੀ ਦਿੱਤਾ, ਰੱਬਾ ਤੂੰ ਕੀ ਦਿੱਤਾ, ਰੱਬਾ ਤੂੰ ਆਹ ਕੀ ਕਰਤਾ, ਰੱਬ ਪਤਾ ਨਹੀਂ ਕੀ ਚਾਹੁੰਦਾ ਆ, ਰੱਬ ਪਤਾ ਨਹੀਂ ਕਦੋਂ ਖੁਸ਼ ਹੋਏਗਾ, ਰੱਬ ਤਾਂ ਅਮੀਰਾਂ ਦਾ ਆ, ਰੱਬ ਗਰੀਬਾਂ ਦਾ ਕਿੱਥੇ ਆ, ਰੱਬ ਸਾਡੀ ਕਿੱਥੇ ਸੁਣਦਾ, ਰੱਬ ਪਤਾ ਨਹੀਂ ਕਿੰਨਾਂ ਦੀ ਸੁਣਦਾ ਆ, ਪਤਾ ਨਹੀਂ ਉਹ ਕਿਹੜੇ ਲੋਕ ਆ ਜਿਨ੍ਹਾਂ ਨੂੰ ਪਹਿਲਾਂ ਹੀ ਮਿਲ ਜਾਂਦਾ ਆ। ਜੇ ਸਾਡੇ ਸ਼ਬਦ ਇਹੋ ਜਿਹੇ ਆ ਤਾਂ ਫਿਰ ਤਾਂ ਸਾਨੂੰ ਇਹ ਵੇਟ ਕਰਨ ਦੀ ਲੋੜ ਹੀ ਨਹੀਂ ਹੈਗੀ ਵੀ ਕੋਈ ਸਾਨੂੰ ਦੱਸੇ। ਫਿਰ ਤਾਂ ਸਾਨੂੰ ਆਪ ਹੀ ਪਤਾ ਵੀ ਅਸੀਂ ਕਿੰਨਾ ਕੁ ਉਸ ਜਲ ਨੂੰ ਪੀਣ ਦੇ ਯੋਗ ਹੈਗੇ ਹਾਂ। ਫਿਰ ਤਾਂ ਜੇ ਅਗਰ ਕਿਸੇ ਨੂੰ ਅਸੀਂ ਪੁੱਛਦੇ ਨਾ ਤਾਂ ਅਗਲਾ ਹੱਸੇਗਾ ਹੀ ਤੁਹਾਡੇ 'ਤੇ, ਤੁਹਾਡੇ ਮੂੰਹ 'ਤੇ ਤਾਂ ਨਾ ਹੱਸੇ, ਤੁਹਾਡੇ ਬਾਅਦ ਜ਼ਰੂਰ ਹੱਸੇਗਾ ਵੀ ਇੰਨੀਆਂ ਬੁਰਾਈਆਂ ਕਰਕੇ ਰੱਬ ਦੀਆਂ ਅਤੇ ਹਜੇ ਕਹਿੰਦੇ ਜੇ ਅਸੀਂ ਵਿਸ਼ਵਾਸ ਕਰਦੇ ਹਾਂ। ਇਹੋ ਜਿਹਾ ਸੇਮ ਕੇਸ ਮੇਰੇ ਨਾਲ ਹੋਇਆ ਸੀ। ਕਿਸੇ ਨੇ ਫੋਨ ਕਰਕੇ ਕਿਹਾ ਕਿ ਕਾਫੀ ਸਾਰੀ ਲੰਬੀ ਸਾਰੀ ਕਹਾਣੀ ਸੁਣਾਈ, ਮੇਰੇ ਬੱਚੇ ਨਾਲ ਆਹ ਹੋ ਗਿਆ, ਮੇਰੇ ਪਰਿਵਾਰ 'ਚ ਆਹ ਹੋ ਗਿਆ, ਅਤੇ ਕਹਿ ਕੇ ਵੀ ਮੈਂ ਲਾ ਲਿਆ ਹਿਸਾਬ ਰੱਬ ਦਾ, ਰੱਬ ਵੀ ਠੀਕ ਹੀ ਆ, ਬਸ ਸੁੱਖ ਲੇਖਾ ਹੀ ਆ। ਆਹ ਗੱਲ ਕਹਿ ਕੇ ਵੀ ਮੈਂ ਹੈਰਾਨ ਹੋਈ ਵੀ ਫਿਰ ਇਹਨਾਂ ਨੇ ਮੈਨੂੰ ਸੁਣਾਉਣ ਦੇ ਲਈ ਫੋਨ ਲਗਾਇਆ। ਫਿਰ ਮੈਂ ਆਖਰ ਉਹਨਾਂ ਨੂੰ ਪੁੱਛਿਆ ਵੀ ਬ੍ਰਦਰ ਅਗਰ ਤੁਹਾਨੂੰ ਪਰਮੇਸ਼ਰ 'ਤੇ ਵਿਸ਼ਵਾਸ ਨਹੀਂ, ਤੁਸੀਂ ਫੋਨ ਕਿਉਂ ਲਾਇਆ? ਨਹੀਂ ਆਏ ਤਾਂ ਮੈਨੂੰ ਪੂਰਾ ਵਿਸ਼ਵਾਸ ਆ, ਮੈਂ ਪ੍ਰਾਰਥਨਾ ਕਰਨ ਦੇ ਲਈ ਫੋਨ ਲਾਇਆ ਤਾਂ ਮੈਨੂੰ ਪੂਰਾ ਵਿਸ਼ਵਾਸ ਆ ਜੇ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਮੇਰਾ ਬੱਚਾ ਠੀਕ ਹੋ ਜਾਏਗਾ। ਤਾਂ ਇਸ ਗੱਲ 'ਤੇ ਬੇਸ਼ੱਕ ਮੈਂ ਉਹਦੇ ਕੋਲ ਤਾਂ ਨਹੀਂ, ਪਰ ਉਹਨਾਂ ਦੇ ਫੋਨ ਕੱਟਣ ਤੋਂ ਬਾਅਦ ਜ਼ਰੂਰ ਹੱਸੀ ਸੀ ਕਿ ਪਰਮੇਸ਼ਰ ਪਹਿਲਾਂ ਇੱਦਾਂ ਦਾ ਪਰਸਨ ਮਿਲਿਆ ਮੈਨੂੰ ਜਿਹਨੇ ਇੱਦਾਂ ਦਾ ਵਿਸ਼ਵਾਸ ਰੱਖਿਆ ਵੀ ਪਹਿਲਾਂ ਤੁਹਾਡੀ ਬੁਰਾਈ ਕਰਤੀ ਅਤੇ 1 ਮਿੰਟ ਦੇ ਵਿੱਚ ਵਿਸ਼ਵਾਸ ਵੀ ਦਿਖਾਤਾ। ਤਾਂ ਉਹਨੂੰ ਵਿਸ਼ਵਾਸ ਨਹੀਂ ਅਸੀਂ ਕਹਾਂਗੇ, ਉਹਨੂੰ ਅਸੀਂ ਲਾਲਚ ਕਹਾਂਗੇ ਵੀ ਇੱਕ ਪਾਸੇ ਤਾਂ ਬੁਰਾਈ ਕਰ ਵੀ ਦਿੱਤੀ, ਇੱਕ ਪਾਸੇ ਇੱਛਾ ਵੀ ਰੱਖ ਲਈ ਵੀ ਕਹਿ ਕੇ ਤਾਂ ਵੇਖ ਲਈਏ, ਮੰਗ ਕੇ ਵੇਖ ਲਈਏ, ਖਰੇ ਮਿਲ ਹੀ ਜਾਵੇ। ਤਾਂ ਇਹ ਕੋਈ ਇਨਸਾਨ ਵੀ ਨਹੀਂ ਹੈਗਾ। ਪਹਿਲੀ ਗੱਲ ਤਾਂ ਇਨਸਾਨ ਤਾਂ ਜਮਾ ਹੀ ਨਹੀਂ ਕਰੇਗਾ ਵੀ ਜਿਹਦੇ ਕੋਲੇ ਪਹਿਲਾਂ ਉਹਦੀਆਂ ਬੁਰਾਈਆਂ ਕਰ ਦੇਣ ਅਤੇ 2 ਮਿੰਟਾਂ 'ਚ ਕਹਿਣ ਉਹ ਤਾਂ ਮੈਂ ਤੇਰੇ ਕੋਲ ਆਸ ਰੱਖ ਕੇ ਆਇਆ, ਤੂੰ ਮੇਰੀ ਮਦਦ ਕਰੇਗਾ। ਉਹ ਕਹੇਗਾ ਤੂੰ ਆਸ ਰੱਖ ਕੇ ਨਹੀਂ ਆਇਆ, ਤੂੰ ਮੈਨੂੰ ਜਲੀਲ ਕਰਨ ਆਇਆ ਅਤੇ ਹੁਣ ਇੱਥੋਂ ਚੱਲ ਜਾ, ਇਸ ਤੋਂ ਪਹਿਲਾਂ ਮੈਂ ਤੈਨੂੰ ਜਲੀਲ ਕਰਾਂ। ਤਾਂ ਉਹਦਾ ਪਰਮੇਸ਼ਰ ਜਾਣਦਾ ਵੀ ਉਹਦੀ ਆਵਾਜ਼ ਸੁਣੀ ਗਈ ਕਿ ਨਹੀਂ ਸੁਣੀ, ਉਹਨੂੰ ਕੁਛ ਮਿਲਿਆ ਕਿ ਨਹੀਂ ਮਿਲਿਆ ਜਿਸ ਕੰਮ ਲਈ ਪ੍ਰਾਰਥਨਾ ਕੀਤੀ। ਕਿਉਂਕਿ ਮੇਰਾ ਵੀ ਵਿਸ਼ਵਾਸ ਨਹੀਂ ਹੋਇਆ ਉਸ ਵੇਲੇ, ਕਰਨ ਵਾਲੇ ਦੇ ਵਿੱਚ ਵੀ ਵਿਸ਼ਵਾਸ ਹੋਣਾ ਚਾਹੀਦਾ। ਮੈਨੂੰ ਹੋਇਆ ਹੀ ਨਹੀਂ ਕਿ ਹਾਂ ਇਹਦਾ ਕੰਮ ਹੋ ਜਾਏਗਾ, ਕਿਉਂਕਿ ਉਹਨੇ ਪਹਿਲਾਂ ਮੇਰੇ ਨਾਲ 15 ਤੋਂ 20 ਮਿੰਟ ਗੱਲ ਕੀਤੀ। ਪਹਿਲਾਂ ਦੇ ਲਗਾ ਲਓ ਵੀ ਤੁਸੀਂ 13 ਮਿੰਟ ਉਹਨੇ ਪਰਮੇਸ਼ਰ ਦੀ ਬੁਰਾਈ ਕੀਤੀ, 30-40 ਸੈਕਿੰਡ ਉਹਨੇ ਇਹ ਗੱਲ ਕਹੀ ਵੀ ਹਾਂ ਮੈਨੂੰ ਪਰਮੇਸ਼ਰ 'ਤੇ ਪੂਰਾ ਵਿਸ਼ਵਾਸ ਆ, ਤੁਸੀਂ ਪ੍ਰਾਰਥਨਾ ਕਰੋ ਮੇਰਾ ਬੱਚਾ ਠੀਕ ਹੋ ਜਾਏਗਾ। ਤਾਂ ਮੈਂ ਨਹੀਂ ਮੰਨਦੀ ਵੀ ਉਹਦਾ ਬੱਚਾ ਠੀਕ ਹੋ ਗਿਆ ਹੋਏਗਾ, ਕਿਉਂਕਿ ਉਹਨੇ ਪਹਿਲਾਂ ਪਰਮੇਸ਼ਰ ਨੂੰ ਕਿਹਾ ਵੀ ਮੈਂ ਲਾ ਲਿਆ ਹਿਸਾਬ, ਪਰਮੇਸ਼ਰ ਤਾਂ ਠੀਕ ਹੀ ਆ, ਉਹਦਾ ਹਿਸਾਬ ਤਾਂ ਸੁੱਖ ਲੇਖਾ ਹੀ ਆ, ਮਤਲਬ ਵੀ ਕੋਈ ਕੁਛ ਨਹੀਂ ਆ। ਪਰਮੇਸ਼ਰ ਨੂੰ ਉਹਨੇ ਐਵੇਂ ਹੀ ਸਮਝਿਆ।
ਤਾਂ ਇਹੋ ਜਿਹੀਆਂ ਜੇ ਸਾਡੀਆਂ ਗੱਲਾਂ ਆ ਤਾਂ ਅਸੀਂ ਕਹੀ ਵੀ ਅਸੀਂ ਪ੍ਰਭੂ ਕਰਕੇ ਦੁੱਖ ਝੱਲੇ ਆ ਤੇ ਅਸੀਂ ਪਰਮੇਸ਼ਰ ਨੂੰ ਲਾਹਣਤਾਂ ਵੀ ਪਾਈਆਂ ਤੇ ਅਸੀਂ ਕਹੀ ਸਾਨੂੰ ਅੰਮ੍ਰਿਤ ਜਲ ਤੋਂ ਮਿਲ ਜਾਏਗਾ ਤਾਂ ਨਹੀਂ ਮਿਲੇਗਾ। ਇਹ ਬਿਲਕੁਲ ਸਾਡਾ ਗਲਤਫਹਿਮੀ, ਅਸੀਂ ਆਪਣੇ ਆਪ ਨੂੰ ਬੇਵਕੂਫ ਬਣਾ ਰਹੇ। ਤੁਹਾਡੀ ਜ਼ਿੰਦਗੀ ਬਾਰੇ ਹਰ ਇੱਕ ਨੂੰ ਹੀ ਪਤਾ ਹੈ, ਕਿਉਂਕਿ ਹਰ ਇੱਕ ਭੈਣ ਭਾਈ ਸਾਡੀਆਂ ਕਮੀਆਂ ਪਹਿਲਾਂ ਜਾਣਦਾ, ਕੁਆਲਿਟੀਜ਼ ਤਾਂ ਬਹੁਤ ਘੱਟ ਹੀ ਜਾਣਦੇ ਹੁੰਦੇ ਆ। ਇਸ ਕਰਕੇ ਅਸੀਂ ਆਪਣੇ ਸ਼ਬਦਾਂ ਨੂੰ ਖੁਦ ਜਾਂਚਣਾ। ਅਗਰ ਕਿਸੇ ਹੋਰ ਨੂੰ ਕਹਾਂਗੇ ਜਾਂਚਣ ਲਈ, ਨਾਲੇ ਤਾਂ ਅਗਲਾ ਮਖੌਲ ਉਡਾਵੇਗਾ, ਨਾਲੇ ਅਸੀਂ ਮੂਰਖ ਸਾਬਤ ਹੋਵਾਂਗੇ। ਸਾਨੂੰ ਵੀ ਪਤਾ ਹੈ ਵੀ ਅਸੀਂ ਪਰਮੇਸ਼ਰ ਨਾਲ ਕਿੰਨੀ ਕੁ ਵਫਾਦਾਰੀ ਦੇ ਨਾਲ ਚੱਲਦੇ ਹਾਂ, ਤੇ ਉਸ ਵਫਾਦਾਰੀ ਦੇ ਵਿੱਚ ਬਣੇ ਰਹਿਣਾ ਪਊਗਾ ਸਾਨੂੰ। ਸਾਡੇ ਸ਼ਬਦ ਦੱਸ ਦੇਣਗੇ ਵੀ ਅਸੀਂ ਉਸ ਅੰਮ੍ਰਿਤ ਜਲ ਤੋਂ ਪੀਣ ਦੇ ਯੋਗ ਹੈਗੇ ਆ ਕਿ ਨਹੀਂ ਹੈਗੇ। ਇਹ ਕੋਈ ਸੌਖਾ ਕੰਮ ਨਹੀਂ ਹੈਗਾ ਵੀ ਦੁੱਖ ਵੀ ਝੱਲੀ ਜਾਣੇ ਤੇ ਪਰਮੇਸ਼ਰ ਦਾ ਧੰਨਵਾਦ ਵੀ ਕਰੀ ਜਾਣਾ। ਇੱਕ ਪਾਸੇ ਤਾਂ ਰੋਟੀ ਮੰਗ ਕੇ ਖਾਣ ਵਾਲੇ ਹਾਲਾਤ ਹੋਣੇ, ਇੱਕ ਪਾਸੇ ਕਹੀ ਜਾਈਏ ਪਰਮੇਸ਼ਰ ਤੇਰਾ ਸ਼ੁਕਰ ਹੈ। ਇਹ ਸੌਖਾ ਨਹੀਂ ਹੈਗਾ। ਇਹ ਗੱਲਾਂ ਕਹਿਣੀਆਂ ਬਹੁਤ ਵੱਡੀਆਂ ਵੀ ਇੱਦਾਂ ਕਹੋ, ਪਰ ਇਹ ਸੌਖਾ ਤਾਂ ਨਹੀਂ ਹੈਗਾ। ਅਗਰ ਪਰਮੇਸ਼ਰ ਨੇ ਸਾਰਾ ਕੁਝ ਆਸਾਨੀ ਦੇ ਨਾਲ ਹੀ ਸਾਨੂੰ ਦੇਣਾ ਹੁੰਦਾ ਤਾਂ ਫਿਰ ਉਹ ਕਿਉਂ ਕਹਿੰਦਾ ਵੀ ਅੰਤ ਤੱਕ ਸਹੋ। ਸਹਿਣ ਦਾ ਮਤਲਬ ਤਾਂ ਇਹ ਹੈ ਨਾ ਵੀ ਅਸੀਂ ਪਰੇਸ਼ਾਨੀਆਂ ਨੂੰ ਸਹਿਣਾ, ਮੁਸ਼ਕਿਲਾਂ ਨੂੰ ਸਹਿਣਾ, ਪ੍ਰੋਬਲਮਸ ਨੂੰ ਸਹਿਣਾ ਆ। ਤੇ ਜੇ ਅਸੀਂ ਉਹਨਾਂ ਨੂੰ ਸਹਿਣਾ ਆ ਤਾਂ ਮਤਲਬ ਪ੍ਰੋਬਲਮ ਆਉਣਗੀਆਂ। ਜੋ ਕਹਿ ਰਿਹਾ ਵੀ ਤੁਹਾਨੂੰ ਸਹਿਣਾ ਪਏਗਾ, ਮਤਲਬ ਆਉਣਗੀਆਂ। ਤੇ ਇਹ ਤਾਂ ਹੈ ਨਹੀਂ ਗਾ ਵੀ ਅਸੀਂ ਆਸਾਨੀ ਦੇ ਨਾਲ ਰੱਬ ਨੂੰ ਪਾਲਾਂਗੇ, ਕਿਉਂਕਿ ਉਹ ਪਰਮੇਸ਼ਰ ਆ। ਸਾਨੂੰ ਇੱਕ ਧਰਤੀ ਦੇ ਉੱਤੇ ਜੋਬ ਪ੍ਰਾਪਤ ਕਰਨ ਦੇ ਲਈ ਕਿੰਨੇ ਪਾਪੜ ਵੇਲਣੇ ਪੈਂਦੇ। ਇੱਕ ਵਾਰੀ 'ਚ ਕੋਈ ਭੈਣ ਭਾਈ ਕਹਿੰਦਾ ਵੀ ਮੈਂ ਸਰਕਾਰੀ ਜੋਬ ਹਾਸਿਲ ਕਰ ਲਈ, ਇਹ ਹੋ ਹੀ ਨਹੀਂ ਸਕਦਾ। ਹਰ ਇੱਕ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਬੜੇ ਵਾਰੀ ਐਗਜ਼ਾਮ ਦਿੱਤੇ, ਬੜੀਆਂ ਫੀਸਾਂ ਭਰੀਆਂ, ਬੜਾ ਇੰਤਜ਼ਾਰ ਕੀਤਾ, ਬੜੀ ਰਿਸ਼ਵਤ ਵੀ ਦੇਣੀ ਪਈ, ਫਿਰ ਜਾ ਕੇ ਜੋਬ ਮਿਲੀ। ਤੇ ਜਦੋਂ ਇਸ ਸੰਸਾਰ ਵਿੱਚ ਰਹਿੰਦੇ ਹੋਏ ਛੋਟੀ ਜਿਹੀ ਜੋਬ, ਬੜੀ ਮਾਮੂਲੀ ਜਿਹੀ ਜੋਬ ਲੈਣ ਦੇ ਲਈ ਸਾਨੂੰ ਇੰਨਾ ਕੁਝ ਕਰਨਾ ਪੈ ਰਿਹਾ, ਤਾਂ ਉਹ ਸਦਾ ਦਾ ਜੀਵਨ ਕਿਤੇ ਸਾਨੂੰ ਐਵੇਂ ਤਾਂ ਮਿਲਣੋਂ ਰਿਹਾ। ਉਸੇ ਤਰ੍ਹਾਂ ਪਰਮੇਸ਼ਰ ਕਹਿੰਦਾ ਪੀਵੇਗਾ ਉਹ ਅੰਮ੍ਰਿਤ ਜਲ ਦੇ ਵਿੱਚ ਉਹ ਜਿਹੜਾ ਜਿੱਤਣ ਵਾਲਾ ਹੋਏਗਾ, ਤੇ ਜਿੱਤਣ ਵਾਲਾ ਉਹ ਹੋਏਗਾ ਜਿਹੜਾ ਖਰੀ ਚਾਲ ਚੱਲੇਗਾ। ਕਹਿੰਦਾ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਤੇ ਮੈਂ ਉਹਦਾ ਪਰਮੇਸ਼ਰ ਹੋਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ। ਉਹ ਇਹ ਪਰਮੇਸ਼ਰ ਦਾ ਪੁੱਤਰ ਕਹਿਣ ਵਾਲੀਆਂ ਗੱਲਾਂ ਹੋਰ ਆ ਵੀ ਅਸੀਂ ਪਰਮੇਸ਼ਰ ਦੇ ਧੀਆਂ ਪੁੱਤਰ ਕਹਿ ਤਾਂ ਦਿੱਤਾ, ਪਰ ਪਰਮੇਸ਼ਰ ਦੇ ਧੀਆਂ ਪੁੱਤਰ ਹੋਣ ਵਾਲਾ ਕੰਮ ਵੀ ਸਾਨੂੰ ਕਰਨਾ ਪਵੇਗਾ ਨਾ। ਜੇ ਅਸੀਂ ਇੱਕ ਮਿਲੀਅਨਰ ਦੇ ਬੱਚੇ ਆ, ਬਹੁਤ ਸਾਰੇ ਪੈਸੇ ਹੋਣ, ਬਹੁਤ ਰਿਚ ਬੰਦਾ ਹੋਵੇ ਤੇ ਉਹਦੇ ਬੱਚੇ ਹੋ ਕੇ ਤੇ ਅਸੀਂ ਜੇ ਰੇਹੜੀ ਤੇ ਖੜ ਕੇ ਗੋਲ ਗੱਪੇ ਖਾਂਦੇ ਹੋਈਏ ਤਾਂ ਉਹ ਬਾਪ ਕਹੇਗਾ ਕਿ ਨਹੀਂ ਮੇਰੀ ਬੇਇੱਜ਼ਤੀ ਖਰਾਬ ਕਰਤੀ, ਜਿਹਨੇ ਉਹ ਕੰਮ ਕੀਤਾ ਲੋ ਕਲਾਸ ਵਾਲਾ, ਇਹ ਮੇਰਾ ਬੱਚਾ ਹੋਣ ਦੇ ਯੋਗ ਹੀ ਨਹੀਂ ਹੈਗਾ। ਤਾਂ ਉਸੇ ਤਰ੍ਹਾਂ ਪਰਮੇਸ਼ਰ ਵੀ ਕਹੇਗਾ ਵੀ ਮੈਂ ਪੂਰੀ ਸ੍ਰਿਸ਼ਟੀ ਦਾ ਮਾਲਿਕ ਹਾਂ, ਮੈਂ ਪੂਰੀ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਅਮੀਰ ਹਾਂ, ਵੀ ਸਾਰੀ ਧਰਤੀ ਸਾਰਾ ਆਕਾਸ਼ ਮੇਰਾ ਆ, ਤੇ ਮੇਰੇ ਬੱਚੇ ਭੀਖ ਮੰਗਦੇ ਆ। ਉਹ ਪਰਮੇਸ਼ਰ ਕਿੱਦਾਂ ਦਾ ਫੀਲ ਕਰੇਗਾ। ਸਿਰਫ ਕਹਿਣ ਦੇ ਨਾਲ ਅਸੀਂ ਪਰਮੇਸ਼ਰ ਦੇ ਬੱਚੇ ਨਹੀਂ ਹੋ ਜਾਂਦੇ। ਸਾਰੀ ਦੀ ਸਾਰੀ ਜਿਹੜੀ ਸਾਡੀ ਜ਼ਿੰਦਗੀ ਦਾ ਸਾਰ ਆ ਉਹ ਕੰਮਾਂ 'ਤੇ ਆ। ਸਾਡੇ ਕੰਮ ਕਿਹੋ ਜਿਹੇ ਆ, ਕਹਿੰਦਾ ਹਰ ਇੱਕ ਨੂੰ ਉਹਦੇ ਹੱਥ ਦੇ ਕੰਮਾਂ ਦਾ ਬਦਲਾ ਦੇਣਾ ਪਵੇਗਾ, ਜਵਾਬ ਦੇਣਾ ਪਵੇਗਾ ਵੀ ਆਹ ਕੰਮ ਕਿਉਂ ਕੀਤੇ, ਆਹ ਸਭ ਕਿਉਂ ਹੋਇਆ। ਸਾਰੀਆਂ ਚੀਜ਼ਾਂ ਦਾ ਉਹਨਾਂ ਨੂੰ ਆਨਸਰ ਕਰਨਾ ਪਵੇਗਾ, ਤੇ ਜੇ ਕੋਈ ਕਰੇਗਾ ਤਾਂ ਉਹਨੂੰ ਫਲ ਵੀ ਉਹੋ ਜਿਹਾ ਹੀ ਮਿਲੇਗਾ ਜਿਹੇ ਉਹਦੇ ਕੰਮ ਹੋਣਗੇ। ਹੁਣ ਸਾਨੂੰ ਵੀ ਪਤਾ ਸਾਡੇ ਕੰਮ ਕਿੱਦਾਂ ਦੇ, ਵੀ ਅਸੀਂ ਉਸ ਜੀਵਨ ਦੇ ਸੋਤੇ ਤੋਂ ਪੀਣ ਦੇ ਹੱਕਦਾਰ ਹੈਗੇ ਕਿ ਨਹੀਂ ਹੈਗੇ। ਚਲੋ ਅੱਜ ਅਸੀਂ ਆਪਣੇ ਆਪ ਨੂੰ ਪਰਖ ਲਿਆ ਵੀ ਹਜੇ ਅਸੀਂ ਨਹੀਂ ਹੈਗੇ, ਪਰ ਸਾਨੂੰ ਇਹ ਵੀ ਤਾਂ ਪਤਾ ਨਹੀਂ ਵੀ ਹਜੇ ਅਸੀਂ ਮਰਨ ਵੀ ਨਹੀਂ ਵਾਲੇ। ਦੋਸਤੋ ਚੰਗਾ ਵੀ ਮਰਨ ਤੋਂ ਪਹਿਲਾਂ ਅਸੀਂ ਛੇਤੀ ਆਪਾਂ ਨੂੰ ਉਸ ਜੀਵਨ ਦੇ ਸੋਤੇ ਦੇ ਵਿੱਚੋਂ ਪੀਣ ਦੇ ਲਈ ਹੱਕਦਾਰ ਬਣਾ ਲਈਏ, ਯੋਗ ਬਣਾ ਲਈਏ। ਜਦੋਂ ਸਾਨੂੰ ਪਤਾ ਹੁੰਦਾ ਵੀ ਹਜੇ ਸਾਡੀ ਕੋਈ ਤਿਆਰੀ ਨਹੀਂ, ਪਰ ਸਾਡੇ ਐਗਜ਼ਾਮ ਆਉਣ 'ਚ ਥੋੜ੍ਹਾ ਸਮਾਂ ਆ, ਤਾਂ ਸਾਨੂੰ ਉਸੇ ਵੇਲੇ ਚਾਹੀਦਾ ਨਾ ਵੀ ਅਸੀਂ ਦਿਨ ਰਾਤ ਇੱਕ ਕਰੀਏ ਤਾਂ ਜੋ ਅਸੀਂ ਉਸ ਐਗਜ਼ਾਮ ਦੇ ਵਿੱਚੋਂ ਪਾਸ ਹੋਈਏ, ਸਾਡਾ ਚੰਗਾ ਰਿਜ਼ਲਟ ਹੋਵੇ, ਸਾਨੂੰ ਕੋਈ ਫੇਲ ਨਾ ਕਰ ਸਕੇ। ਤਾਂ ਉਸ ਹਰ ਇੱਕ ਭੈਣ ਭਾਈ ਨੂੰ ਚਾਹੀਦਾ ਵੀ ਜਿਹੜਾ ਕਹਿ ਰਿਹਾ ਵੀ ਹਜੇ ਤਾਂ ਮੈਂ ਉਸ ਜੀਵਨ ਦੇ ਸੋਤੇ 'ਚੋਂ ਪੀਣ ਦੇ ਯੋਗ ਨਹੀਂ ਹੈਗਾ, ਤਾਂ ਉਸ ਜੀਵਨ ਦੇ ਸੋਤੇ ਦੇ ਵਿੱਚੋਂ ਪੀਣ ਦੇ ਯੋਗ ਫਲ ਲਿਆਉਣ ਦੇ ਲਈ ਮਿਹਨਤ ਕਰੇ ਉਹ ਹਰ ਇੱਕ ਉਸ ਪਲ ਦੇ ਲਈ ਜਿਹੜਾ ਪਲ ਪਰਮੇਸ਼ਰ ਨੇ ਉਹਦੀ ਜ਼ਿੰਦਗੀ ਦੇ ਵਿੱਚ ਲਿਖਣਾ ਆ, ਨੋਟ ਕਰਨਾ ਆ। ਹਰ ਇੱਕ ਉਹ ਕੰਮ, ਹਰ ਇੱਕ ਉਹ ਸ਼ਬਦ ਉਹ ਸੁਧਾਰ ਲਵੇ ਆਪਣਾ, ਜਿਹਦੇ ਵਸੀਲੇ ਉਹਨੂੰ ਜੀਵਨ ਦੇ ਸੋਤੇ ਵਿੱਚੋਂ ਪੀਣ ਦਾ ਹੱਕ ਮਿਲੇਗਾ। ਕਿਉਂਕਿ ਅਸੀਂ ਜਾਣਦੇ ਹਾਂ ਪਹਿਲਾ ਵਚਨ ਕਹਿੰਦਾ ਵੀ ਯਹੋਵਾ ਸੱਚਾ ਨਿਆਂਕਾਰ ਆ, ਤੇ ਉਹਦਾ ਨਿਆਂ ਬਿਲਕੁਲ ਖਰਾ ਹੋਏਗਾ। ਇਹ ਨਹੀਂ ਹੋਏਗਾ ਵੀ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਅਗਰ 60 ਸਾਲ ਦੀ ਉਮਰ ਬਤੀਤ ਕੀਤੀ ਤੇ ਉਹਦੇ ਵਿੱਚੋਂ ਕੁੱਲ ਮਿਲਾ ਕੇ ਸਾਰੀ ਜ਼ਿੰਦਗੀ ਦੇ ਵਿੱਚੋਂ ਅਗਰ ਗਿਣੀਆਂ ਵੀ 40-50 ਵਾਰ ਉਹਨੇ ਪ੍ਰਾਰਥਨਾ ਕੀਤੀ ਹੋਈ, ਤੇ ਉਹ ਭੈਣ ਭਾਈ ਕਹੇ ਵੀ ਮੈਂ ਸਵਰਗ ਪਹੁੰਚ ਜਾਗਾ। ਬਿਲਕੁਲ ਪਹੁੰਚ ਸਕਦਾ ਆ, ਕਿਉਂਕਿ ਹੋ ਸਕਦਾ ਉਹ ਆਖਰੀ ਸਮੇਂ 'ਚ ਪ੍ਰਭੂ ਨਾਲ ਜੁੜਿਆ ਹੋਵੇ। ਹੋ ਸਕਦਾ ਜਿਹੜੀ ਉਹਨੇ ਆਖਰੀ ਦਿਨਾਂ ਦੇ ਵਿੱਚ ਸੱਚੇ ਮਨ ਨਾਲ ਤੌਬਾ ਕਰ ਲਈ ਹੋਵੇ ਉਹਨੂੰ ਬਚਾ ਦੇਵੇ, ਪਰ ਕੀਤੀ ਤਾਂ ਵਿਸ਼ਵਾਸ ਨਾ ਹੋਵੇ ਨਾ। ਇਹ ਨਾ ਹੋਵੇ ਉਸ ਵੇਲੇ ਵੀ ਮਨ 'ਚ ਸ਼ੱਕ ਹੋਵੇ ਵੀ ਹੁਣ ਤਾਂ ਮੈਂ ਇੰਨੀ ਉਮਰ ਦੇ ਪਾਪ ਕੀਤੇ, ਪਤਾ ਨਹੀਂ ਮੇਰੇ ਮਾਫ਼ ਹੋਣੇ ਕਿ ਨਹੀਂ ਹੋਣੇ। ਸਾਡੇ ਪਾਪ ਇੱਕ ਦਿਨ 'ਚ ਮਾਫ਼ ਹੋ ਜਾਣਗੇ ਅਗਰ ਸਾਡਾ ਇਕਰਾਰ ਖਰਾ ਹੋਵੇ, ਤੇ ਉਦੋਂ ਬਾਅਦ ਅਸੀਂ ਖਰੀ ਚਾਲ ਚੱਲੀਏ। ਹਰ ਇੱਕ ਭੈਣ ਭਾਈ ਆਪਣੇ ਵਿਸ਼ਵਾਸ ਦੇ ਨਾਲ। ਹੁਣ ਤੁਸੀਂ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਲੈ ਸਕਦੇ ਹੋ ਉਸ ਡਾਕੂ ਦੀ, ਜਿਹੜਾ ਮਰਨ ਤੋਂ ਸਿਰਫ ਕੁਛ ਕੁ ਪਲ ਪਿੱਛੇ ਸੀ, ਹਜੇ ਕੁਛ ਕੁ ਪਲ ਰਹਿੰਦੇ ਸੀ, ਕੁਛ ਕੁ ਮਿੰਟ ਲਗਾ ਲਓ, ਅੱਧਾ ਘੰਟਾ ਲਗਾ ਲਓ ਘੱਟ ਤੋਂ ਘੱਟ,
ਵੀ ਉਹਦੇ ਕੋਲੇ ਅੱਧਾ ਕੁ ਘੰਟਾ ਸੀ, ਵੀ ਉਹ ਮਰਨ ਵਾਲਾ ਸੀ, ਤਾਂ ਉਹਨੇ ਡਾਕੂ ਨੇ ਯਸ਼ੂ ਨੂੰ ਸਿਰਫ ਇੰਨੀ ਕੀ ਗੱਲ ਕਹੀ ਵੀ ਹਾਂ ਮੈਂ ਵਿਸ਼ਵਾਸ ਕਰਦਾ ਹਾਂ, ਤੇ ਇੰਨੇ ਦੇ ਨਾਲ ਹੀ ਉਹ ਕੀ ਹੋ ਗਿਆ, ਸਵਰਗ ਦਾ ਅਧਿਕਾਰੀ ਹੋ ਗਿਆ। ਉਹਨੇ ਕਿਸ ਚੀਜ਼ ਨਾਲ, ਵਿਸ਼ਵਾਸ ਨਾਲ ਇਕਰਾਰ ਕੀਤਾ। ਜ਼ਰੂਰੀ ਤਾਂ ਨਹੀਂ ਵੀ ਉਹਨੇ ਲੰਮੀਆਂ ਪ੍ਰਾਰਥਨਾਵਾਂ ਕੀਤੀਆਂ, ਲੰਮਾ ਤੌਬਾ ਕੀਤਾ, ਲੰਮਾ ਸਮਾਂ ਉਹ ਪਰਮੇਸ਼ਰ ਦੇ ਵਿੱਚ ਵਿਸ਼ਵਾਸੀ ਬਣਿਆ ਰਿਹਾ, ਲੰਮਾ ਸਮੇਂ ਉਹਨੇ ਕੰਮ ਕੀਤੇ। ਸਾਰੀ ਦੀ ਸਾਰੀ ਗੱਲ ਵਿਸ਼ਵਾਸ ਅਤੇ ਸਾਡੇ ਹੱਥ ਦੇ ਕੰਮਾਂ ਦੀ ਆ। ਹੁਣ ਉਹ ਤਾਂ ਉਹਦੀ ਕਿਸਮਤ ਸੀ, ਉਹਦੇ ਕੋਲੇ ਬਹੁਤ ਥੋੜ੍ਹਾ ਸਮਾਂ ਸੀ, ਤੇ ਉਹਨੇ ਥੋੜ੍ਹੇ ਸਮੇਂ 'ਚ ਹੀ ਆਪਣਾ ਪੂਰਾ ਵਿਸ਼ਵਾਸ ਦਿਖਾ ਦਿੱਤਾ। ਪਰ ਹੁਣ ਇਹ ਸਾਡੀ ਵੀ ਕਿਸਮਤ ਦੀ ਗੱਲ ਹੈ ਵੀ ਸਾਡੇ ਕੋਲ ਅਜੇ ਬਹੁਤ ਸਮਾਂ ਆ, ਅਤੇ ਉਹਨੂੰ ਸਾਰਾ ਸਮਾਂ ਹੀ ਸਾਨੂੰ ਵਫਾਦਾਰ ਬਣ ਕੇ ਰਹਿਣਾ ਪਏਗਾ। ਸਾਰੀ ਗੱਲ ਵਿਸ਼ਵਾਸ ਦੀ ਵੀ, ਵਿਸ਼ਵਾਸ ਸਾਡਾ ਅਜਿਹਾ ਹੋਵੇ ਵੀ ਹਾਂ ਪ੍ਰਭੂ ਕਹਿਤਾ ਤਾਂ ਕਹਿਤਾ, ਬਸ ਇਹੀ ਆ, ਅਤੇ ਉਹੀ ਗੱਲ ਅੰਤ ਤੱਕ ਬਣੀ ਰਵੇ। ਅਤੇ ਜੇ ਉਹ ਵਿਸ਼ਵਾਸ, ਉਸ ਡਾਕੂ ਜਿਹਾ ਵਿਸ਼ਵਾਸ ਸਾਡੇ 'ਚ ਹੋਏਗਾ, ਤਾਂ ਭਾਵੇਂ ਅਸੀਂ ਮਰਨ ਤੋਂ 2 ਦਿਨ ਪਹਿਲਾਂ ਤੌਬਾ ਕਰ ਲਈਏ, ਪਰ ਉਹਨੇ ਵਿਸ਼ਵਾਸ ਜਿੰਨੀ, ਤਾਂ ਅਸੀਂ ਉਸ ਜੀਵਨ ਨੂੰ ਪ੍ਰਾਪਤ ਕਰ ਲਾਂਗੇ। ਪਰ ਅਗਰ ਅਸੀਂ ਇਹ ਸੋਚੀਏ ਵੀ ਕੋਈ ਨਹੀਂ, ਮਰਨ ਤੋਂ ਪਹਿਲਾਂ 2 ਦਿਨ ਤੌਬਾ ਕਰ ਲਾਂਗੇ, ਉਦੋਂ ਪਹਿਲਾਂ ਪਾਪ ਕਰ ਲਓ, ਫਿਰ ਨਹੀਂ ਹੋਣਾ। ਫਿਰ ਭਾਵੇਂ 2 ਮਹੀਨੇ ਪਹਿਲਾਂ ਤੌਬਾ ਕਰ ਲਓ, ਫਿਰ ਵੀ ਨਹੀਂ ਮਿਲਣਾ, ਕਿਉਂਕਿ ਪਰਮੇਸ਼ਰ ਤੁਹਾਡੇ ਇਰਾਦਿਆਂ ਨੂੰ ਜਾਣਦਾ ਕਿ ਤੁਸੀਂ ਕਿਹੜੇ ਇਰਾਦੇ ਦੇ ਨਾਲ ਤੌਬਾ ਕੀਤੀ ਆ। ਕਿਉਂਕਿ ਅਸੀਂ, ਇੱਕ ਇਨਸਾਨ ਤੁਹਾਡੇ ਦਿਲ, ਹਿਰਦੇ, ਗੁਰਦੇ ਨੂੰ ਜਾਂਚ ਨਹੀਂ ਸਕਦਾ, ਪਰ ਪਰਮੇਸ਼ਰ ਜਾਂਚਦਾ ਆ। ਸਾਰੀ ਦੀ ਸਾਰੀ ਗੱਲ ਵਿਸ਼ਵਾਸ ਅਤੇ ਤੁਹਾਡੇ ਕੰਮਾਂ 'ਤੇ ਪਈ ਹੈ ਵੀ ਤੁਸੀਂ ਕੀ ਕਰਦੇ ਰਹੇ ਅਤੇ ਕਿਹੜੇ ਮਕਸਦ ਨਾਲ ਕਰਦੇ ਰਹੇ, ਅਤੇ ਉਹੀ ਅਧਿਕਾਰੀ ਹੋਏਗਾ ਉਸ ਜੀਵਨ ਦੇ ਸੋਤੇ 'ਚੋਂ ਪੀਣ ਵਾਲਾ, ਜਿਹੜਾ ਖਰੀ ਚਾਲ ਚੱਲੇਗਾ ਅਤੇ ਸੱਚੀ ਤੌਬਾ ਕਰਨ ਵਾਲਾ ਹੋਏਗਾ। ਹਾਲੇਲੂਇਆ। ਲਾਸਟ ਵਚਨ ਜੋ ਪੜਾਂਗੇ, ਪ੍ਰਕਾਸ਼ ਦੀ ਪੋਥੀ 21:8 ਨੰਬਰ ਰਾਈਟ ਨੂੰ, ਅਤੇ ਡਰਾਕਲਾਂ, ਅਵਿਸ਼ਵਾਸੀਆਂ, ਘਿਨੌਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਜੀ ਮੌਤ ਹੋਵੇਗੀ। ਹਾਲੇਲੂਇਆ। ਹੁਣ ਸੱਚੇ ਨਿਆਂ ਦੇ ਵਿੱਚ ਨਿਆਂ ਸਿਰਫ ਧਰਮੀਆਂ ਦਾ ਨਹੀਂ ਹੋਏਗਾ, ਇਹ ਵੀ ਖਿਆਲ ਰੱਖੋ। ਪਰਮੇਸ਼ਰ ਕਹਿੰਦਾ ਵੀ ਮੈਂ ਧਰਮੀਆਂ ਦੀਆਂ ਅੱਖਾਂ ਦਾ ਹੰਝੂ ਪੂੰਝ ਦੇਵਾਂਗਾ ਅਤੇ ਉਹਨਾਂ ਨੂੰ ਦੂਜੀ ਮੌਤ ਨਹੀਂ ਮਿਲੇਗੀ। ਹੁਣ ਮਰਨਗੇ ਨਹੀਂ, ਖੁਸ਼ ਰਹਿਣਗੇ, ਉਹ ਰੋਣਗੇ ਨਹੀਂ, ਸੋਗ ਨਹੀਂ ਕਰਨਗੇ, ਅਤੇ ਉਹ ਖੁਸ਼ਹਾਲ ਰਹਿਣਗੇ, ਮਰਨਗੇ ਨਹੀਂ। ਤਾਂ ਉਸੇ ਤਰ੍ਹਾਂ ਇਹ ਤਾਂ ਨਿਆਂ ਹੋ ਗਿਆ ਧਰਮੀਆਂ ਦਾ, ਜਿਨ੍ਹਾਂ ਨੇ ਧਰਮ ਦੇ ਕਰਕੇ ਦੁੱਖ ਸਹੇ ਅਤੇ ਅੰਤ ਤੱਕ ਵਫਾਦਾਰ ਰਹੇ। ਅਤੇ ਜਿਨ੍ਹਾਂ ਨੇ ਕਿਹਾ ਵੀ ਕਰ ਲਓ ਪਾਪ, ਕੋਈ ਨਹੀਂ ਕਰ ਲਓ, ਜਦੋਂ ਅੰਤ ਦਾ ਵੇਲਾ ਆਏਗਾ ਉਦੋਂ ਜੇ ਤੌਬਾ ਕਰ ਲਾਂਗੇ। ਤਾਂ ਜਿਹੜੇ ਕਹਿੰਦੇ ਵੀ ਕੋਈ ਨਹੀਂ, ਪਰਮੇਸ਼ਰ ਨੇ ਕਿਹੜਾ ਕੁਛ ਕਰਨਾ ਆ, ਪ੍ਰਭੂ ਦੀਆਂ ਤਾਂ ਗੱਲਾਂ ਹੀ ਆ, ਪਤਾ ਨਹੀਂ ਸਵਰਗ ਕਿੱਥੇ ਆ ਅਤੇ ਕਦੋਂ ਮਿਲਣਾ ਹੈਗਾ ਵੀ ਕਿ ਨਹੀਂ ਹੈਗਾ। ਤਾਂ ਜਿਹੜੇ ਕਹਿੰਦੇ ਵੀ ਰੱਬ ਦਾ ਅਸੀਂ ਲਾ ਲਿਆ ਹਿਸਾਬ, ਵੀ ਰੱਬ ਦਾ ਹਿਸਾਬ ਕਿਤਾਬ ਅਸੀਂ ਦੇਖ ਲਿਆ ਵੀ ਐਵੇਂ ਹੀ ਆ, ਉਹ ਤਾਂ, ਅਤੇ ਉਹ ਸਾਰੇ ਡਰਾਕਲ ਆ, ਅਵਿਸ਼ਵਾਸੀ ਆ ਅਤੇ ਘਿਨੌਣੇ ਆ, ਜਿਹੜੇ ਪਰਮੇਸ਼ਰ ਨੂੰ ਤੁੱਛ ਜਾਣਦੇ ਆ। ਕਿਉਂਕਿ ਪਰਮੇਸ਼ਰ ਦੀ ਸਾਮਰਥ ਦੀਆਂ ਗੱਲਾਂ ਅਸੀਂ ਸੁਣੀਆਂ ਵੀ ਅਤੇ ਅਸੀਂ ਵੇਖੀਆਂ ਵੀ। ਇਹੋ ਜਿਹਾ ਕੋਈ ਭੈਣ ਭਾਈ ਹੈ ਨਹੀਂ ਹੋਣਾ ਜਿਹੜਾ ਕਵੇ ਵੀ ਮੈਂ ਪਰਮੇਸ਼ਰ 'ਚ ਇੰਨਾ ਸਮਾਂ ਹੋ ਗਿਆ ਅਤੇ ਮੈਂ ਉਹਦੇ ਕੋਈ ਚਮਤਕਾਰ ਵੇਖੇ ਨਹੀਂ ਆਪਦੀ ਜ਼ਿੰਦਗੀ 'ਚ। ਹਰ ਇੱਕ ਨੇ ਆਪਣੀ ਜ਼ਿੰਦਗੀ ਚਮਤਕਾਰ ਵੇਖੇ। ਇੱਕ ਆਸ਼ੀਸ਼ ਪਾ ਕੇ ਕਹਿੰਦਾ ਜੇ ਦੂਜੀ ਨਹੀਂ ਮਿਲੀ ਤਾਂ ਪਹਿਲੀ ਦਾ ਕੀ ਫਾਇਦਾ, 10 ਆਸ਼ੀਸ਼ਾਂ ਪਾ ਕੇ ਕਹਿੰਦਾ ਉਹਨਾਂ 10 ਦਾ ਕੀ ਫਾਇਦਾ ਜੇ ਮੈਨੂੰ ਆਹ ਨਹੀਂ ਮਿਲਿਆ ਤਾਂ। ਅਤੇ ਜਿਹੜੇ ਇਹੋ ਜਿਹੇ ਹੋਣਗੇ ਉਹਨਾਂ ਦਾ ਹਿੱਸਾ ਕਿੱਥੇ ਹੋਏਗਾ, ਗੰਧਕ ਦੀ ਝੀਲ ਦੇ ਵਿੱਚ, ਜਿਹੜੀ ਦੂਜੀ ਮੌਤ ਹੋਏਗੀ। ਇੱਕ ਗੱਲ ਸੁਣ ਲਓ ਵੀ ਪਾਪ ਕਰਨ ਕਰਕੇ ਤੁਸੀਂ ਧਰਤੀ 'ਤੇ ਵੀ ਲੋਕਾਂ ਤੋਂ ਫਿਟਕਾਰਾਂ ਖਾਧੀਆਂ, ਧਰਤੀ 'ਤੇ ਵੀ ਤੁਸੀਂ ਬੁਰੇ ਲੋਕ ਸੀਗੇ। ਪਾਪ ਕਰਨ ਕਰਕੇ ਪਰਮੇਸ਼ਰ ਦੀ ਨਿਗਾਹ 'ਚ ਵੀ ਤੁਸੀਂ ਦੋਸ਼ੀ ਸੀ, ਅਤੇ ਉਹ ਧਰਤੀ 'ਤੇ ਵੀ ਤੁਸੀਂ ਦੁੱਖ ਵੀ ਝੱਲਿਆ, ਸ਼ਰਮਿੰਦਗੀ ਵੀ ਝੱਲੀ, ਗਾਲਾਂ ਵੀ ਝੱਲੀਆਂ, ਲੜਾਈ ਝਗੜੇ ਵੀ ਝੱਲੇ, ਕੁੱਟਮਾਰ ਵੀ ਝੱਲੀ, ਸੱਟਾਂ ਵੀ ਝੱਲੀਆਂ, ਦੁੱਖ ਵੀ ਝੱਲੇ, ਸੋਗ ਵੀ ਝੱਲੇ। ਅਤੇ ਜਿਹੜੇ ਪਾਪੀ ਸੀ ਉਹਨਾਂ ਨੇ ਤਾਂ ਧਰਤੀ 'ਤੇ ਵੀ ਉਹੀ ਕੁਛ ਝੱਲਿਆ, ਅਤੇ ਉਸ ਤੋਂ ਬਾਅਦ ਵੀ ਗੰਧਕ ਦੀ ਝੀਲ ਵਿੱਚ ਵੀ ਉੱਥੇ ਰੋਣਾ ਵੀ ਹੋਏਗਾ, ਉੱਥੇ ਕਚੀਚੀਆਂ ਵੱਟਣਾ ਵੀ ਹੋਏਗਾ, ਉੱਥੇ ਸੋਗ ਵੀ ਹੋਏਗਾ, ਉੱਥੇ ਤੌਬਾ ਨਹੀਂ ਹੋਣੀ, ਉੱਥੇ ਧੰਨਵਾਦ ਨਹੀਂ ਹੋਣਾ, ਉੱਥੇ ਪਛਤਾਪ ਨਹੀਂ ਹੋਣਾ, ਅਤੇ ਉੱਥੇ ਇੱਕ ਹੋਰ ਮੌਕਾ ਨਹੀਂ ਹੋਣਾ। ਇਸ ਤੋਂ ਚੰਗਾ ਕਿ ਅਸੀਂ ਹੁਣੇ ਇਸ ਮੌਕੇ ਨੂੰ ਕੈਸ਼ ਕਰ ਲਈਏ, ਤਾਂ ਜੋ ਜਿਸ ਦਿਨ ਸਾਡਾ ਨਿਆਂ ਹੋਵੇ ਪਰਮੇਸ਼ਰ ਆਪ ਸਾਡੇ ਅੱਖਾਂ ਦੇ ਉੱਤੇ ਹੱਥ ਰੱਖੇ ਅਤੇ ਸਾਡੀਆਂ ਅੱਖਾਂ ਨੂੰ ਸਾਫ਼ ਕਰੇ। ਇਹ ਨਾ ਹੋਵੇ ਕਿ ਉਸੇ ਹੱਥ ਨਾਲ ਸਾਨੂੰ ਧੱਕਾ ਮਾਰੇ ਅਤੇ ਨਰਕ ਦੀ ਝੀਲ ਵਿੱਚ ਸੱਟੇ। ਤਾਂ ਆਓ ਅੱਜ ਆਪਾਂ ਆਪਣੇ ਧਰਮ ਦੇ ਸੱਚੇ ਨਿਆਂ ਦੇ ਲਈ, ਆਪਣੇ ਗੁਨਾਹਾਂ ਤੋਂ ਤੌਬਾ ਦੇ ਲਈ, ਔਰ ਉਸ ਅੰਮ੍ਰਿਤ ਜਲ ਦੇ ਵਿੱਚੋਂ ਹਿੱਸੇਦਾਰੀ ਲੈਣ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਪ੍ਰਭੂ ਜੀ। ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਸੱਚਮੁੱਚ ਤੁਸੀਂ ਪਵਿੱਤਰ, ਸ਼ੁੱਧ, ਆਜ਼ਾਦ ਔਰ ਦਇਆ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਤੁਸੀਂ ਦਇਆਵਾਨ ਹੋ ਪਿਤਾ ਪਰਮੇਸ਼ਰ, ਤੁਸੀਂ ਦਇਆ ਦੇ ਸਾਗਰ ਹੋ ਪ੍ਰਭੂ ਜੀ। ਤੁਹਾਡੀ ਦਇਆ ਬਹੁਤ ਵੱਡੀ ਹੈ ਪਿਤਾ ਪਰਮੇਸ਼ਰ। ਅੱਜ ਤੱਕ ਤੁਸੀਂ ਸਾਨੂੰ ਸੰਭਾਲਿਆ ਖੁਦਾਵੰਦ, ਮਿੱਠੀ ਪਿਆਰੀ ਨੀਂਦ ਦਿੱਤੀ, ਅੱਜ ਦਾ ਨਵਾਂ ਦਿਨ ਦਿੱਤਾ, ਨਵੇਂ ਸਾਹ, ਨਵਾਂ ਮੌਕਾ, ਨਵਾਂ ਰੂਪ ਦਿੱਤਾ, ਨਵੀਂ ਚਾਲ ਦਿੱਤੀ ਪਿਤਾ ਪਰਮੇਸ਼ਰ, ਔਰ ਨਵੇਂ ਵਚਨ ਦਿੱਤੇ ਪਿਤਾ ਪਰਮੇਸ਼ਰ ਜੋ ਸਾਡੀ ਜ਼ਿੰਦਗੀ ਨੂੰ ਨਵਿਆਂ ਕਰਨ ਵਾਲੇ ਆ। ਧੰਨਵਾਦ ਕਰਦੇ ਅੱਜ ਦੇ ਇਸ ਨਵੇਂ ਨਰੋਏ ਕਲਾਮ ਦੇ ਲਈ ਪਿਤਾ ਪਰਮੇਸ਼ਰ, ਜੋ ਸਾਨੂੰ ਫਿਰ ਤੋਂ
ਨਵਾਂ ਜੀਵਨ ਅਤੇ ਨਵੇਂ ਦਿਨ ਅਤੇ ਨਵਾਂ ਸੁਭਾਅ ਦੇਣ ਵਾਲੇ ਆ ਖੁਦਾਵੰਦ, ਕਿਉਂਕਿ ਸੱਚਮੁੱਚ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਦੱਸਿਆ ਕਿ ਮੌਕਾ ਇੱਕ ਆਖਰੀ ਹੈ ਸਾਡੇ ਕੋਲੇ, ਤਾਂ ਜੋ ਅਸੀਂ ਇਸ ਨੂੰ ਕੈਸ਼ ਕਰ ਸਕੀਏ ਤੇ ਅਸੀਂ ਪਾਪਾਂ ਦੇ ਵਿੱਚੋਂ ਬਚਾ ਲੈ ਜਾਈਏ। ਕਿਉਂਕਿ ਅਸੀਂ ਵਿਸ਼ਵਾਸ ਕਰਦੇ ਖੁਦਾਵੰਦ ਕਿ ਜਦ ਤੱਕ ਅਸੀਂ ਜਿਉਂਦੇ ਹਾਂ ਅਸੀਂ ਧੰਨਵਾਦ, ਤੌਬਾ, ਪਛਤਾਤਾਪ ਕਰ ਸਕਦੇ ਹਾਂ, ਪਰ ਮਰਨ ਤੋਂ ਬਾਅਦ ਕਿਸੇ ਦਾ ਕੋਈ ਨਿਆਂ ਨਹੀਂ ਹੈ। ਖੁਦਾਵੰਦ ਸਾਡੀ ਮਦਦ ਸਹਾਇਤਾ ਅਗਵਾਈ ਕਰੋ ਕਿ ਅਸੀਂ ਜਿਉਂਦੀ ਜਾਨ ਦੇ ਉੱਤੇ ਆਪਣੇ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰੀਏ, ਬਚਾ ਲੈ ਜਾਈਏ, ਬਖਸ਼ ਲੈ ਜਾਈਏ ਪਿਤਾ ਪਰਮੇਸ਼ਰ। ਅਸੀਂ ਪਾਪ ਦੇ ਵਿੱਚ ਨਾ ਪਈਏ, ਬਦੀ ਦੇ ਰਾਹਾਂ ਦੇ ਉੱਤੇ ਨਾ ਚੱਲੀਏ, ਮਖੌਲੀਆਂ ਦੀ ਮੰਡਲੀ ਦੇ ਵਿੱਚ ਨਾ ਖੜੀਏ ਪਿਤਾ ਪਰਮੇਸ਼ਰ। ਅਸੀਂ ਘਿਨਾਉਣੇ ਕੰਮ ਨਾ ਕਰੀਏ ਪ੍ਰਭੂ ਜੀ, ਤਾਂ ਜੋ ਜਦੋਂ ਅੰਤ ਦਾ ਵੇਲਾ ਆਵੇ ਤੁਸੀਂ ਸਾਡੀਆਂ ਅੱਖਾਂ ਤੋਂ ਹੰਝੂ ਪੂੰਝੋ ਪਿਤਾ। ਅਸੀਂ ਰੋਣ ਸੋਗ ਕਰਨ ਵਾਲੇ ਨਾ ਹੋਈਏ, ਪਰ ਸਦਾ ਦੇ ਜੀਵਨ ਦੇ ਲਈ ਜਵਾਲੇ ਜਾਈਏ, ਨਵਾਂ ਜੀਵਨ ਅਸੀਂ ਪ੍ਰਾਪਤ ਕਰੀਏ ਤੇ ਸਵਰਗ ਰਾਜ ਦੇ ਲਈ ਤਿਆਰ ਕੀਤੇ ਜਾਈਏ ਖੁਦਾਵੰਦ। ਸੱਚਮੁੱਚ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਕਿ ਅਲਫਾ ਤੇ ਓਮੇਗਾ, ਆਦਿ ਅਤੇ ਅੰਤ ਤੁਸੀਂ ਹੋ ਪਿਤਾ। ਤੁਹਾਡੇ ਕੋਲੇ ਉਹ ਅੰਮ੍ਰਿਤ ਜਲ ਦਾ ਸੋਤਾ ਆ ਪਿਤਾ, ਜਿਸ ਦੇ ਵਿੱਚੋਂ ਤੁਸੀਂ ਮੁਫਤ ਪੀਣ ਦੇ ਲਈ ਦਿਓਗੇ। ਔਰ ਅਸੀਂ ਵਿਸ਼ਵਾਸ ਦੇ ਨਾਲ ਦੁਆ ਕਰਦੇ ਖੁਦਾਵੰਦ ਕਿ ਜੋ ਵੀ ਸਾਥੋਂ ਗਲਤੀਆਂ, ਗੁਨਾਹ, ਪਾਪ, ਅਪਰਾਧ ਹੋਏ ਨੇ ਤੁਸੀਂ ਸਾਨੂੰ ਮਾਫ ਕਰੋ ਪਿਤਾ। ਅੱਜ ਤੋਂ ਨਵੀਂ ਜ਼ਿੰਦਗੀ, ਨਵੀਂ ਚਾਲ ਅਤੇ ਨਵੀਂ ਰੋਸ਼ਨੀ ਦੇ ਨਾਲ ਸਾਨੂੰ ਭਰੋ ਪਿਤਾ ਜੀ। ਅੱਜ ਤੋਂ ਆਉਣ ਵਾਲਾ ਹਰ ਇੱਕ ਸਾਹ, ਹਰ ਇੱਕ ਰਾਹ, ਹਰ ਇੱਕ ਕੰਮ ਸਾਡੀ ਜ਼ਿੰਦਗੀ ਦਾ ਤੁਹਾਡੇ ਹੱਥਾਂ ਦੇ ਵਿੱਚ, ਤੁਹਾਡੀ ਮਰਜ਼ੀ ਦੇ ਅਨੁਸਾਰ ਅਤੇ ਤੁਹਾਡੀ ਇੱਛਾ ਦੇ ਲਈ ਹੋਵੇ ਪਿਤਾ ਪਰਮੇਸ਼ਰ। ਸਾਡੀ ਜ਼ਿੰਦਗੀ ਦਾ ਕੋਈ ਵੀ ਕੰਮ ਸਾਡੇ ਲੋਸ ਦੇ ਲਈ ਨਾ ਹੋਵੇ ਪ੍ਰਭੂ ਜੀ। ਅਸੀਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਵਿੱਚ ਨਾ ਫਸੀਏ, ਅਸੀਂ ਵਿਅਰਥ ਦੀਆਂ ਗੱਲਾਂ ਦਾ ਪਿੱਛਾ ਨਾ ਕਰੀਏ, ਪਰ ਤੁਹਾਡੇ ਨਾਮ ਦੇ ਵਿੱਚ ਬਣੇ ਰਹੀਏ, ਤਾਂ ਜੋ ਅਸੀਂ ਜਿੱਤਣ ਵਾਲੇ ਹੋਈਏ ਪਿਤਾ ਪਰਮੇਸ਼ਰ। ਅਸੀਂ ਪਾਪਾਂ ਦੇ ਵਿੱਚ ਵਧੇਰੇ ਨਾ ਫਸੀਏ, ਪਰ ਤੌਬਾ ਕਰਨ ਵਾਲੇ ਹੋਈਏ ਪ੍ਰਭੂ ਜੀ। ਕਿਉਂ ਜੋ ਅਸੀਂ ਸੱਚਮੁੱਚ ਵਚਨ ਦੇ ਵਿੱਚੋਂ ਜਾਣਿਆ ਕਿ ਪਾਪੀਆਂ ਦਾ ਹਿੱਸਾ ਉਸ ਗੰਧਕ ਦੀ ਝੀਲ ਦੇ ਵਿੱਚ ਹੋਵੇਗਾ ਤੇ ਜਿੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ। ਅਸੀਂ ਸੰਸਾਰ ਦੇ ਵਿੱਚ ਦੁੱਖ ਝੱਲਿਆ ਤੇ ਸੋਗ ਕੀਤਾ ਪਿਤਾ, ਪਰ ਸਾਨੂੰ ਉਸ ਸਦਾ ਦੇ ਸੋਗ ਤੋਂ ਬਚਾ ਲਓ ਪ੍ਰਭੂ ਜੀ। ਮਦਦ ਕਰੋ ਪਿਤਾ ਪਰਮੇਸ਼ਰ, ਅਸੀਂ ਪਾਪੀ ਤੇ ਗੁਨਹਗਾਰ ਹਾਂ, ਤੁਸੀਂ ਬਖਸ਼ ਲਓ ਪ੍ਰਭੂ ਜੀ। ਤੁਸੀਂ ਬਖਸ਼ਣ ਵਾਲੇ ਪਰਮੇਸ਼ਰ ਖੁਦਾਵੰਦ, ਦਇਆ ਕਰੋ, ਪਵਿੱਤਰ ਕਰੋ, ਸ਼ੁੱਧ ਕਰੋ ਮਹਾਨ ਪਿਤਾ ਪਰਮੇਸ਼ਰ। ਸਾਰੇ ਰੋਗਾਂ, ਬਿਮਾਰੀਆਂ, ਚਿੰਤਾਵਾਂ ਤੋਂ ਆਜ਼ਾਦ ਕਰੋ, ਸਾਰੀ ਗਲਤ ਸੰਗਤੀ ਤੋਂ, ਸਾਰੀ ਪਾਪਾਂ ਦੀ ਮੰਡਲੀ ਤੋਂ, ਸਾਰੀ ਮਖੌਲੀਆਂ ਦੀ ਮੰਡਲੀ ਚੋਂ, ਜਾਦੂਗਰਾਂ, ਮੂਰਤੀ ਪੂਜਕਾਂ ਦੇ ਵਿੱਚੋਂ, ਝੂਠਿਆਂ ਦੇ ਵਿੱਚੋਂ ਸਾਨੂੰ ਅੱਡ ਕਰਕੇ ਧਰਮੀਆਂ ਦੀ ਮੰਡਲੀ ਦੇ ਵਿੱਚ ਬਹਿਣ ਦੇ ਯੋਗ ਬਣਾਓ ਪਿਤਾ ਪਰਮੇਸ਼ਰ। ਅਸੀਂ ਅਵਿਸ਼ਵਾਸੀ ਨਾ ਪਰ ਵਿਸ਼ਵਾਸ ਵਾਲੇ ਹੋਈਏ, ਅਸੀਂ ਡਰਾਕਲ ਨਾ ਹੋਈਏ, ਪਰ ਦਲੇਰੀ ਦੇ ਨਾਲ ਤੁਹਾਡੇ ਕਲਾਮ ਨੂੰ ਦੱਸਣ ਵਾਲੇ ਤੇ ਤੁਹਾਡੇ ਨਾਮ ਤੇ ਵਿਸ਼ਵਾਸ ਕਰਨ ਵਾਲੇ ਹੋਈਏ ਪਿਤਾ ਪਰਮੇਸ਼ਰ। ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦੇਣ ਵਾਲਾ ਹੋਵੇ ਪਿਤਾ ਜੀ। ਸਾਡੇ ਮੂੰਹ ਦੇ ਵਿੱਚੋਂ ਹਮੇਸ਼ਾ ਧੰਨਵਾਦ ਦੀਆਂ ਭੇਟਾਂ ਨਿਕਲਣ ਖੁਦਾਵੰਦ। ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤੇ ਉਸ ਨੂੰ ਛੱਡ ਦਈਏ ਤੇ ਆਉਣ ਵਾਲੇ ਹਰ ਇੱਕ ਪਲ ਦੇ ਵਿੱਚ ਧਾਰਮਿਕਤਾ ਦੇ ਵਿੱਚ ਬਣੇ ਰਹੀਏ। ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਪਿਤਾ ਤੁਹਾਨੂੰ ਮਹਿਮਾ ਤੇ ਵਡਿਆਈ ਦੇਣ ਵਾਲਾ ਹੋਵੇ। ਸਾਰੇ ਪਾਪਾਂ ਦੇ ਵਿੱਚੋਂ ਤੌਬਾ ਕਰਦੇ ਪਿਤਾ ਜੀ। ਆਉਣ ਵਾਲੀ ਜ਼ਿੰਦਗੀ ਦੇ ਵਿੱਚ ਪਵਿੱਤਰਤਾਈ ਨੂੰ ਮੰਗਦੇ ਪਰਮੇਸ਼ਰ ਪਿਤਾ, ਤੁਹਾਡੇ ਦੂਤਾਂ ਦੀ ਅਗਵਾਈ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਰਦੇ ਖੁਦਾਵੰਦ। ਪਵਿੱਤਰ ਆਤਮਾ ਦੀ ਸਮਝ, ਬੁੱਧ ਅਤੇ ਗਿਆਨ ਨੂੰ ਮੰਗਦੇ ਪਿਤਾ ਪਰਮੇਸ਼ਰ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ, ਆਮੀਨ, ਆਮੀਨ।